बहुत ही चर्चित गाना ਹੁਣ ਆਇਆ ਹੈ ਜਵਾਬ ਦੇ ਵਿੱਚ। ਉਹਦੇ ਵਿੱਚ ਤੁਸੀਂ ਇੱਕ ਪ੍ਰੋਫੈਸਰ ਦੀ ਭੂਮਿਕਾ ਦੇ ਵਿੱਚ ਹੈਗੇ ਹੋ। ਇਹ ਜਿਹੜੀ ਭੂਮਿਕਾ ਤੁਸੀਂ ਅਦਾਕਾਰੀ ਦੇ ਤੌਰ ਤੇ ਕੀਤੀ ਜਾਂ ਉਹਨਾਂ ਦੀ ਪੈਰਵੀ ਕਰਦੇ ਹੋਏ ਕੀਤੀ? ਜਿਹੜੀ ਹੁਣ ਆਪਾਂ ਉਸ ਫਨਕਾਰ ਦੀ ਗੱਲ ਕਰਦੇ ਹਾਂ, ਉਹਦਾ ਨਾਮ ਲਵਾਂ ਗੁਰਦਾਸ ਮਾਨ ਸਾਹਿਬ ਜੀ। ਹੁਣ ਜਿਹੜੇ ਪੰਜਾਬੀ ਜ਼ੁਬਾਨ ਦੀ ਪਹਿਚਾਣ ਮੰਨੇ ਜਾਂਦੇ ਸੀ, ਪੰਜਾਬ ਦੀ ਸ਼ਾਨ ਮੰਨੇ ਜਾਂਦੇ ਸੀ, ਆਈਕਨ ਜੀ, ਪੰਜਾਬੀ ਦੇ ਆਈਕਨ। ਤਿੰਨ ਕੁ ਸਾਲ ਬਾਅਦ ਇਹ ਗਾਣਾ ਆਉਂਦਾ ਹੈ। ਇਹ ਗਾਣੇ ਨੂੰ ਉਹ ਜਸਟੀਫਿਕੇਸ਼ਨ ਦੇ ਰਹੇ ਨੇ। ਮੈਂ ਦੱਸਦਾ ਦੇਖੋ ਕੀ ਆ ਸਾਡੇ ਪੰਜਾਬੀਆਂ 'ਚ ਸਾਡੇ ਲੋਕ ਸੁਭਾਅ ਜਿਹੜੇ ਨੇ ਪੰਜਾਬੀਆਂ ਦੇ। ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਕਿ ਪਿਆਰ ਨਾਲ ਇਹ ਕਰਨ ਗੁਲਾਮੀ ਪਰ ਟੈ ਨਹੀਂ ਮੰਨਦੇ ਕਿਸੇ ਦੀ। ਤੇ ਉਹ ਇਹਨਾਂ ਨੂੰ ਕੋਈ ਇੱਦਾਂ ਉਸ ਤਰ੍ਹਾਂ ਨਹੀਂ ਲੈਂਦੇ ਵੀ ਇਹ ਜੀ ਕੋਈ ਕਿਸੇ ਨੇ ਇੱਦਾਂ ਕਹਿ ਦਿੱਤਾ ਜਾਂ ਉੱਦਾਂ ਕਹਿ ਦਿੱਤਾ। ਇਹ ਆਮ ਹੀ ਸੁਭਾਵਿਕ ਹੀ ਬੰਦਾ ਬੋਲ ਲੈਂਦਾ। ਉਹਨਾਂ ਤੋਂ ਪਹਿਲਾਂ ਡੋਇਟਸ ਗਾਣੇ ਚੱਲਦੇ ਸੀ, ਕਿਤੇ ਕਿਤੇ ਡਬਲ ਮੀਨਿੰਗ ਵਾਲੇ ਵੀ ਆ ਜਾਂਦੇ ਸੀ, ਲੇਕਿਨ ਉਹਨਾਂ ਨੇ ਇੱਕ ਸਾਫ਼ ਸੁਥਰੀ ਔਰ ਸਾਹਿਤਕ ਭਾਸ਼ਾ ਵਾਲੀ ਗਾਇਕੀ ਪੰਜਾਬੀ 'ਚ ਸ਼ੁਰੂ ਕੀਤੀ ਔਰ ਬਹੁਤ ਆਲਾ ਦਰਜੇ ਦੇ ਗੀਤ ਉਹਨਾਂ ਨੇ ਗਾਏ। ਹਾਂ, ਚਲੋ ਕਹਿਣ ਦਾ ਮਤਲਬ ਤੁਹਾਡਾ ਹੈ ਕਿ ਇੱਕ ਇਨਸਾਨ ਦੀ ਫਿਤਰਤ ਹੈ ਜੀ, ਜਾਂ ਇਨਸਾਨੀ ਸੁਭਾਅ ਦੇ ਵਿੱਚ ਹੈ, ਕਿਸੇ ਟਾਈਮ ਐਸੀ ਗੱਲ ਹੋ ਜਾਂਦੀ ਹੈ, ਗਲਤੀਆਂ ਦਾ ਪੁਤਲਾ ਇਨਸਾਨ ਜਿਵੇਂ ਅਕਸਰ ਕਹਿੰਦੇ ਆ ਜੀ। ਪਰ ਇੱਕ ਗੱਲ ਹੋਰ ਹੈ, ਉਹੀ ਲੋਕ, ਉਹੀ ਪੰਜਾਬੀ ਦੁਨੀਆ ਭਰ ਦੇ ਹੁਣ ਉਹਨਾਂ ਦੇ ਗਾਣੇ ਨੂੰ ਸਵੀਕਾਰ ਵੀ ਕਰ ਰਹੇ ਆ, ਅੱਛਾ ਰਿਸਪੌਂਸ ਦੇ ਰਹੇ ਆ, ਉਦੋਂ ਅੱਛਾ ਵਿਰੋਧ ਕਰ ਰਹੇ ਸੀ। ਗੁਰਦਾਸ ਮਾਨ ਜੀ ਵਰਗੀ ਜਿਹੜੀ ਸੈਲੀਬ੍ਰਿਟੀ ਐਡੀ ਵੱਡੀ ਸ਼ਖਸੀਅਤ ਆ, ਉਹਦੇ ਕੋਲ ਲੋਕਾਂ ਦਾ ਕੀ ਪੰਜਾਬੀਆਂ ਦੀ ਐਕਸਪੈਕਟੇਸ਼ਨ। ਜੋ ਤੁਸੀਂ ਮੈਨੂੰ ਨਿੱਜੀ ਪੁੱਛਿਆ ਤਾਂ ਨਿੱਜੀ ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਵੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ, ਪੰਜਾਬੀਆਂ ਦੀਆਂ ਨਜ਼ਰਾਂ 'ਚ ਉਹਨਾਂ ਦਾ ਰੁਤਬਾ ਪੈਗੰਬਰਾਂ ਵਾਲਾ ਸੀ ਅਤੇ ਲੋਕ ਐਕਸਪੈਕਟ ਕਰ ਰਹੇ ਸੀ ਕਿ ਪੰਜਾਬੀ ਵੀ ਸ਼ਾਇਦ ਜੇ ਇਹਨਾਂ ਕੋਲ ਅਪਸ਼ਬਦ ਬੋਲਿਆ ਗਿਆ ਕਿਤੇ ਤੇ ਮੁਆਫੀ ਮੰਗ ਲੈਣਗੇ। ਜਿਹੜੀ ਲੋਕਾਂ ਦੀ ਆਸ ਪੂਰੀ ਨਹੀਂ ਹੋਈ। ਲਿਬਰੇਟ ਕਲਿੱਕ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਲਿਬਰੇਟ। ਗੱਲ ਚੱਲ ਰਹੀ ਹੈ ਪੰਜਾਬ ਦੀ, ਪੰਜਾਬੀ ਦੀ ਭਾਸ਼ਾ ਦੀ। ਅੱਜ ਤੋਂ 3 ਸਾਲ ਪਹਿਲਾਂ ਜਾਈਏ ਤਾਂ ਇੱਕ ਬੜੀ ਗੱਲ ਚਰਚਾ 'ਚ ਰਹੀ ਸੀ ਕਿ ਜਦੋਂ ਇੱਕ ਬਹੁਤ ਵੱਡੇ ਫਨਕਾਰ ਨੂੰ ਪੰਜਾਬੀ ਦਾ ਗਦਾਰ ਕਿਹਾ ਗਿਆ, ਉਹ 'ਤੇ ਬਹੁਤ ਵੱਡੇ ਦੋਸ਼ ਲੱਗੇ। ਉਸ ਦਾ ਪਿਛਲੇ ਦਿਨੀ ਇੱਕ ਜਵਾਬ ਆਇਆ ਸਮਝਿਆ ਜਾ ਰਿਹਾ ਹੈ, ਜਾਂ ਉਹਦੇ ਪ੍ਰਤੀ ਉਹਨੇ ਆਪਦੀ ਇੱਕ ਜਸਟੀਫਿਕੇਸ਼ਨ ਦਿੱਤੀ ਹੈ। ਉਸ ਨੂੰ ਦਰਸ਼ਕਾਂ ਦਾ, ਲੋਕਾਂ ਦਾ, ਸੁਣਨ ਵਾਲਿਆਂ ਦਾ, ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦਾ ਬਹੁਤ ਅੱਛਾ ਹੁੰਗਾਰਾ ਮਿਲ ਰਿਹਾ ਹੈ। ਪਰ ਉਸ ਟਾਈਮ ਇਹਨਾਂ ਹੀ ਦਰਸ਼ਕਾਂ ਨੇ, ਇਹਨਾਂ ਹੀ ਲੋਕਾਂ ਨੇ ਬਹੁਤ ਵੱਡਾ ਵਿਰੋਧ ਕੀਤਾ ਸੀ। ਇਹ ਬਦਲੇ ਹੋਏ ਹਾਲਾਤ ਦੇ ਵਿੱਚ ਇਹ ਗੱਲ ਕਿਵੇਂ ਨਿਕਲੀ? ਪੰਜਾਬੀ ਬੋਲੀ ਦੀ ਜਿਹੜੀ ਸਭ ਤੋਂ ਵੱਡੀ ਪਹਿਚਾਣ ਹੁੰਦੀ ਸੀ, ਉਹੀ ਬੰਦਾ ਗਦਾਰ ਕਿਵੇਂ ਬਣ ਗਿਆ ਲੋਕਾਂ ਦੀ ਨਜ਼ਰਾਂ ਦੇ ਵਿੱਚ? ਜਿਹੜਾ ਉਹਦਾ ਜਵਾਬ ਉਸ ਕਲਾਕਾਰ ਦਾ ਆਇਆ ਹੈ, ਅਤੇ ਉਹਦੇ ਵਿੱਚ ਇੱਕ ਬਹੁਤ ਵੱਡੀ ਅਹਿਮ ਭੂਮਿਕਾ ਦੇ ਵਿੱਚ ਨਜ਼ਰ ਆਏ ਨੇ ਇੱਕ ਸ਼ਖਸੀਅਤ ਸਰਦਾਰ ਬਲਕਾਰ ਸਿੰਘ ਜੀ, ਜੋ ਸਾਡੇ ਨਾਲ ਇਸ ਟਾਈਮ ਸਟੂਡੀਓ 'ਚ ਮੌਜੂਦ ਨੇ। ਬਲਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਕਸਾਰ ਬਲਕਾਰ ਸਿੱਧੂ। ਸਕਰੋਲ ਪੰਜਾਬ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ, ਜੀ ਆਇਆਂ ਨੂੰ ਜੀ। ਬਲਕਾਰ ਜੀ, ਤੁਸੀਂ ਇੱਕ ਲੰਮੇ ਅਰਸੇ ਤੋਂ ਕਲਾ ਦੇ ਖੇਤਰ 'ਚ ਹੈਗੇ ਹੋ। ਇੱਕ ਬਹੁਤ ਹੀ ਚਰਚਿਤ ਗਾਣਾ ਹੁਣ ਆਇਆ ਹੈ ਜਵਾਬ ਦੇ ਵਿੱਚ, ਉਹਦੇ ਵਿੱਚ ਤੁਸੀਂ ਇੱਕ ਪ੍ਰੋਫੈਸਰ ਦੀ ਭੂਮਿਕਾ ਦੇ ਵਿੱਚ ਹੈਗੇ ਹੋ। ਅਤੇ ਤੁਸੀਂ ਕੀ ਸਮਝਦੇ ਹੋ ਵੀ ਇਹ ਜਿਹੜੀ ਭੂਮਿਕਾ ਤੁਸੀਂ ਅਦਾਕਾਰੀ ਦੇ ਤੌਰ 'ਤੇ ਕੀਤੀ ਜਾਂ ਉਹਨਾਂ ਦੀ ਪੈਰਵੀ ਕਰਦੇ ਹੋਏ ਕੀਤੀ? ਜਦੋਂ ਮੇਰੇ ਕੋਲ ਇਹ ਪ੍ਰੋਜੈਕਟ ਆਇਆ ਜੀ, ਅਤੇ ਉਦੋਂ ਬਤੌਰ ਐਕਟਰ ਹੀ ਉਹਨਾਂ ਨੇ ਮੈਨੂੰ ਲਿਆ ਸੀ ਜੀ, ਇਸ ਪ੍ਰੋਜੈਕਟ ਵਾਲਿਆਂ ਨੇ। ਅਤੇ ਮੈਂ ਪ੍ਰੋਫੈਸਰ ਜਗਰੂਪ ਸਿੰਘ ਦਾ ਇੱਕ ਕਿਰਦਾਰ ਸੀ
ਤੇ ਜਿੱਦਾਂ ਮੈਂ ਬਾਕੀ ਥਾਵਾਂ ਦੇ ਉੱਤੇ ਸਟੇਜ ਦੇ ਉੱਤੇ ਜਾਂ ਫਿਲਮਾਂ ਜਾਂ ਟੀਵੀ 'ਚ ਜਿਹੜਾ ਮੈਨੂੰ ਕੋਈ ਕਰੈਕਟਰ ਮਿਲਦਾ ਤੇ ਮੈਂ ਆਪਣੇ ਵੱਲੋਂ ਤਨਦੇਹੀ ਨਾਲ ਉਹ ਕਰਦਾ ਹਾਂ, ਆਪਣੇ ਵੱਲੋਂ ਕੋਸ਼ਿਸ਼ ਕਰਦੀ 100% ਮੈਂ ਦੇਵਾਂ ਤੇ ਉਸ ਕਰੈਕਟਰ ਨਾਲ ਜਸਟੀਫਾਈ ਕਰਾਂ। ਤੇ ਜਿਸ ਤਰ੍ਹਾਂ ਦੇ ਪ੍ਰੋਫੈਸਰ ਜਗਰੂਪ ਸਿੰਘ ਦੀ ਗੱਲਬਾਤ ਸੀ ਜੋ ਮੈਨੂੰ ਦੱਸੇਗੀ, ਤੇ ਮੈਂ ਉਹਦੇ ਹਿਸਾਬ ਨਾਲ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਮੈਂ ਉਹ ਕਰੈਕਟਰ ਐਜ਼ ਇਟ ਇਜ਼ ਨਿਭਾ ਸਕਾਂ। ਬਲਕਾਰ ਜੀ, ਗੱਲ ਇਹ ਹੈ ਕਿ ਜਿਵੇਂ ਆਪਾਂ ਗੱਲ ਕਰੀਏ ਰਾਮਾਇਣ ਦੀ, ਮਹਾਭਾਰਤ ਦੀ ਗੱਲ ਕਰੀਏ, ਉਦੋਂ ਜਿਨ੍ਹਾਂ ਨੇ ਰਾਮ ਦਾ ਰੋਲ ਕੀਤਾ ਉਹਨਾਂ ਨੂੰ ਲੋਕ ਰੱਬ ਵਾਂਗੂ ਪੂਜਣ ਲੱਗ ਗਏ, ਜਿਨ੍ਹਾਂ ਨੇ ਰਾਵਣ ਦਾ ਰੋਲ ਕੀਤਾ ਉਹਨਾਂ ਤੋਂ ਨਫ਼ਰਤ ਕਰਨ ਲੱਗ ਗਏ। ਜੇ ਮਹਾਭਾਰਤ ਦੀ ਗੱਲ ਕਰੀਏ, ਦੁਰਯੋਧਨ ਨੇ ਤਾਂ ਇੱਕ ਟਾਈਮ ਇਹ ਕਿਹਾ ਸੀਗਾ, ਉਹਨੂੰ ਕਿਸੇ ਨੇ ਸਾਰੀ ਕਾਸਟ ਨੂੰ ਘਰੇ ਬੁਲਾਇਆ ਤੇ ਦੁਰਯੋਧਨ ਨੂੰ ਰੋਟੀ ਨਹੀਂ ਦਿੱਤੀ, ਪਾਸੇ ਛੱਡਤਾ ਸੀਗਾ। ਕੀ ਤੁਹਾਨੂੰ ਇਸ 2-3 ਦਿਨ ਹੋ ਗਏ ਇਸ ਗਾਣੇ ਨੂੰ ਆਇਆ ਨੂੰ, ਤੁਹਾਨੂੰ ਰਿਐਕਸ਼ਨ ਕੈਸਾ ਮਿਲ ਰਿਹਾ ਲੋਕਾਂ ਦਾ? ਦੇਖੋ, ਤੁਸੀਂ ਰਾਮ ਦੇ ਕਰੈਕਟਰਸ ਖੇਡਣ ਦੀ ਗੱਲ ਕਰਦੀ, ਤੇ ਜਦੋਂ ਉਹਨੂੰ ਨਫ਼ਰਤ ਮਿਲਦੀ ਆ ਤੇ ਕਿਸੇ ਵੇਲੇ ਸਾਡੇ ਇੱਕ ਜਿਹੜੇ ਇਸਟੈਬਲਿਸ਼ਡ ਵਿਲਨ ਪ੍ਰਾਣ ਸਾਹਿਬ, ਉਹ ਨਿੱਜੀ ਜ਼ਿੰਦਗੀ ਵਿੱਚ ਬਹੁਤ ਵਧੀਆ ਸ਼ਖਸੀਅਤ ਦੇ ਮਾਲਕ ਸਨ, ਲੇਕਿਨ ਜਦੋਂ ਵਿਲਨ ਦਾ ਰੋਲ ਕਰਦੇ ਸੀ ਉਹ, ਤਾਂ ਲੋਕ ਉਹਨੂੰ ਨਫ਼ਰਤ ਕਰਦੇ ਸੀ ਔਰ ਕਈ ਵਾਰੀ ਸਿਨੇਮਾ ਹਾਲ ਦੇ ਵਿੱਚ ਗਾਲਾਂ ਤਾਂ ਕੱਢ ਲੈਂਦੇ ਸੀਗੇ। ਤੇ ਉਹ ਸ਼ਖਸ ਦੀ, ਮੈਂ ਤਾਂ ਕਹਿੰਦਾ ਉਹਦੀ ਪ੍ਰਾਪਤੀ ਹੈ ਕਿ ਉਹ ਜਿਹੜਾ ਉਹਨੂੰ ਇੱਕ ਕਰੈਕਟਰ ਮਿਲਿਆ ਖੇਡਣ ਵਾਲਾ, ਵਿਲਨ ਵਾਲਾ, ਤੇ ਉਹਨੇ ਉਹਨੂੰ ਜਸਟੀਫਿਕੇਸ਼ਨ ਕੀਤੀ ਔਰ ਪੂਰਾ ਨਿਭਿਆ। ਤੇ ਇੱਦਾਂ ਹੀ ਜਿਹਨੇ ਰਾਮ ਦਾ ਕੀਤਾ ਜਾਂ ਰਾਵਣ ਦਾ ਕੀਤਾ, ਜਿਸ ਵੀ ਕੋਈ ਕਰੈਕਟਰ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਆਪਣੀ ਉਹਦੇ ਨਾਲ ਪੂਰਾ ਇਨਸਾਫ ਕੀਤਾ ਉਸ ਕਿਰਦਾਰ। ਗੱਲ ਠੀਕ ਹੈ, ਤੁਸੀਂ ਪ੍ਰਾਣ ਸਾਹਿਬ ਦੀ ਗੱਲ ਕੀਤੀ, ਤੁਹਾਨੂੰ ਪਤਾ ਹੋਣਾ ਕਿ ਉਸ ਸਮੇਂ ਦੇ ਵਿੱਚ ਬੱਚਿਆਂ ਦਾ ਨਾਮ ਪ੍ਰਾਣ ਰੱਖਣੋਂ ਹਟ ਗਏ ਸੀਗੇ ਜੀ। ਇਹ ਜਾਨੀ ਉਹਨਾਂ ਦੀ ਕਿਰਦਾਰ ਦੀ ਖੂਬਸੂਰਤੀ ਤਾਂ ਹੈ, ਤੁਹਾਡੇ ਕਿਰਦਾਰ ਦੀ ਖੂਬਸੂਰਤੀ ਤਾਂ ਹੈ, ਮੇਰਾ ਤਾਂ ਮਕਸਦ ਇਹ ਸੀਗਾ ਕਿ ਉਸ ਕਿਰਦਾਰ ਨੂੰ ਲੈ ਕੇ ਲੋਕ ਉਵੇਂ ਢਲ ਜਾਂਦੇ ਆ। ਤੁਸੀਂ ਇੱਥੇ ਉਸ ਕਿਰਦਾਰ ਦੇ ਤਹਿਤ ਦੇਖਿਆ ਜਾ ਸਕਦਾ ਕਿ ਤੁਸੀਂ ਕਿਤੇ ਨਾ ਕਿਤੇ ਉਸ ਫਨਕਾਰ ਦੀ ਪੈਰਵੀ ਕਰਦੇ ਨਜ਼ਰ ਹੈ। ਤੁਹਾਡਾ ਰਵੱਈਆ ਕਿਵੇਂ ਨਜ਼ਰ ਆ ਰਿਹਾ ਤੁਹਾਨੂੰ ਲੋਕਾਂ ਦਾ? ਦੇਖੋ, ਇਸ ਤਰ੍ਹਾਂ ਹੈ ਕਿ ਕੋਈ ਕਹਾਣੀ ਹੁੰਦੀ ਹੈ ਔਰ ਉਹਦੇ ਵਿੱਚ ਜਸਟੀਫਿਕੇਸ਼ਨ ਘਟਨਾ ਅੱਗੇ ਇੱਕ ਸਬ ਪਲਾਟ ਬਣਦਾ, ਔਰ ਉਹਦੇ ਵਿੱਚ ਇਹ ਕਿਰਦਾਰ ਵੀ ਸੀਗਾ ਕਿ ਜਿਹਦੇ ਵਿੱਚ ਇੱਕ ਪੰਜਾਬੀ ਪ੍ਰੋਫੈਸਰ ਆ, ਬਜ਼ੁਰਗ ਆ, ਸਿਆਣਾ ਆ, ਮੈਚਿਓਰ ਆ, ਤੇ ਉਹ ਜਦੋਂ ਇੱਕ ਭੀੜੀ ਜਿਹੀ ਗਲੀ ਵਿੱਚ ਆਪਣੀ ਕਾਰ ਲੈ ਕੇ ਜਾਂਦਾ ਤੇ ਅੱਗੋਂ ਨੁੱਕਰ ਬਿਲਕੁਲ ਬਸ ਪਹੁੰਚਣ ਵਾਲਾ ਤੇ ਅੱਗੋਂ ਇੱਕ ਕਾਰ ਆ ਜਾਂਦੀ ਹੈ। ਉਹਦੇ 'ਚ ਕੁਛ ਕਿਉਂਕਿ ਨੌਜਵਾਨ ਚੰਗੇ ਵੀ ਹੈਗੇ, ਮਾੜੇ ਵੀ ਹੈਗੇ, ਉਹ ਕੁਛ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਕੋਈ ਕਟਸੀ, ਕੋਈ ਮੈਨਰਸ ਨਹੀਂ ਦਿਖਾਉਂਦੇ, ਤੇ ਉਹ ਪ੍ਰੋਫੈਸਰ ਉਹਨਾਂ ਨੂੰ ਪਹਿਲਾਂ ਬੜੀ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਤੁਸੀਂ ਮਾੜੀ ਜਿਹੀ ਜਗ੍ਹਾ ਛੱਡ ਦਿਓ ਵੀ ਮੈਂ ਨਿਕਲ ਜਾਂਦਾ, ਫਿਰ ਤੁਸੀਂ ਮੁੜ ਕੇ ਲੈ ਆਇਓ ਗੱਡੀ ਪਿੱਛੇ। ਹਾਂ, ਜਿਹੜਾ ਉਹ ਸੀਨ ਦੀ ਮੈਂ ਗੱਲ ਕਰਾਂ ਤਾਂ ਉਹ ਸੀਨ ਇਹ ਕਹਿੰਦਾ ਵੀ ਜਿਹੋ ਜਿਹਾ ਤੁਸੀਂ ਰਿਐਕਟ ਕਰਦੇ ਹੋ ਉਹ ਜਗ੍ਹਾ ਐਕਟ ਹੁੰਦਾ ਜੀ, ਕਿਤੇ ਨਾ ਕਿਤੇ ਉਹ ਜਸਟੀਫਾਈ ਕਰਦਾ। ਹੁਣ ਜੀ ਗੱਲ ਜਿਹੜੀ ਦੋ ਹਿਸਾਬ ਨਾਲ ਨਿਕਲ ਕੇ ਆ ਰਹੀ ਨੇ, ਜਿਹੜੀ ਹੁਣ ਆਪਾਂ ਉਸ ਫਨਕਾਰ ਦੀ ਗੱਲ ਕਰਦੇ ਹਾਂ, ਉਹਦਾ ਨਾਮ ਲਵਾਂ ਗੁਰਦਾਸ ਮਾਨ ਸਾਹਿਬ ਜੀ। ਹੁਣ ਜਿਹੜੇ ਪੰਜਾਬੀ ਜ਼ੁਬਾਨ ਦੀ ਪਹਿਚਾਣ ਮੰਨੇ ਜਾਂਦੇ ਸੀ, ਪੰਜਾਬ ਦੀ ਸ਼ਾਨ ਮੰਨੇ ਜਾਂਦੇ ਸੀ, ਆਈਕਨ ਜੀ, ਪੰਜਾਬੀ ਦੇ ਆਈਕਨ ਜੀ ਜੀ। ਤੇ ਇੱਕ ਘਟਨਾ ਹੁੰਦੀ ਹੈ ਵਿਦੇਸ਼ ਦੇ ਵਿੱਚ, ਉਹ ਬਾਅਦ ਦੀ, ਉਦੋਂ ਪਹਿਲਾਂ ਕੀ ਹੁੰਦਾ ਹੈ ਕਿ ਇੱਕ ਇੰਟਰਵਿਊ ਹੁੰਦੀ ਇਹਨਾਂ ਦੀ ਰੇਡੀਓ ਤੇ, ਰੇਡੀਓ ਤੇ ਵਿੱਚ ਭਾਸ਼ਾ ਦੀ ਗੱਲ ਚੱਲਦੀ ਹੈ। ਉਹ ਕਹਿੰਦੇ ਵੀ ਭਾਸ਼ਾ ਹਿੰਦੁਸਤਾਨੀ ਹੋਣੀ ਚਾਹੀਦੀ ਹੈ, ਜੇ ਪੰਜਾਬੀ ਸਾਡੀ ਮਾਂ ਬੋਲੀ ਹੈ ਪਰ ਸਾਨੂੰ ਮਾਸੀ ਦਾ ਵੀ ਖਿਆਲ ਰੱਖਣਾ ਚਾਹੀਦਾ, ਪਰ ਦੇਸ਼ 'ਚ ਸਾਰੀ ਬੋਲੀ ਸਾਰੇ ਸਮਝਿਆਂ ਤੇ ਜਾਣ ਵਾਲੀ ਭਾਸ਼ਾ ਹੋਣੀ ਚਾਹੀਦੀ ਹੈ। ਉਦੋਂ ਅੰਦੋਲਨ ਦਾ ਦੌਰ ਸੀਗਾ, ਪ੍ਰਭਾਵ ਹੇਠ ਸੀਗਾ, ਮਾਹੌਲ ਐਸਾ ਸੀ, ਉਦੋਂ ਇੱਕ ਬਹੁਤ ਵੱਡਾ ਵਿਰੋਧ ਉਹਨਾਂ ਦੇ ਖਿਲਾਫ ਉੱਠਿਆ ਕਿ ਇਹ ਪੰਜਾਬੀ ਦਾ ਗਦਾਰ ਹੈ, ਇਹਨੂੰ ਪੰਜਾਬੀ ਤੋਂ ਚੜ੍ਹ ਕੇ ਪੂਰੀ ਦੁਨੀਆ 'ਚ ਇਹਦੀ ਪਹਿਚਾਣ ਬਣੀ। ਉਦੋਂ ਬਾਅਦ ਉਹਨਾਂ ਨੂੰ ਸਟੇਜਾਂ 'ਤੇ ਬੋਲਣ ਨਹੀਂ ਦਿੱਤਾ, ਉਹਨਾਂ ਦਾ ਕਾਫੀ ਜਗ੍ਹਾ ਨਰਾਦਰ ਹੋਇਆ। 3 ਕੁ ਸਾਲ ਬਾਅਦ ਇਹ ਗਾਣਾ ਆਉਂਦਾ ਹੈ, ਇਹ ਗਾਣੇ ਨੂੰ ਉਹ ਜਸਟੀਫਿਕੇਸ਼ਨ ਦੇ ਰਹੇ ਨੇ ਕਿਸੇ ਵੀ ਕਿਰਦਾਰਾਂ ਦੇ ਤਹਿਤ, ਹੋਰ ਦੇ ਤਹਿਤ, ਪਰ ਇਹ ਹੈ ਵੀ ਕਿਤੇ ਨਾ ਕਿਤੇ ਜਿਹੜੀ ਉਦੋਂ ਦੀ ਡਿਮਾਂਡ ਸੀ, ਉਦੋਂ ਬਾਅਦ ਕੀ ਹੁੰਦਾ ਕਿ ਜਦੋਂ ਇਹ ਘਟਨਾ ਹੁੰਦੀ ਹੈ, ਉਹ ਉਹਨਾਂ ਦਾ ਇੱਕ ਸ਼ੋਅ ਹੁੰਦਾ, ਸ਼ੋਅ ਦੇ ਵਿੱਚ ਉਹ ਪਰਚੀਆਂ ਲੈ ਕੇ ਜਾਂ ਇੱਕ ਝੰਡੇ ਲੈ ਕੇ ਖੜ੍ਹੇ ਹੁੰਦੇ ਨੇ, ਇੱਕ ਪਲੇਟਸ ਲੈ ਕੇ ਖੜ੍ਹੇ ਹੁੰਦੇ, ਉੱਥੇ ਇੱਕ ਉਹਨਾਂ ਦਾ ਜਿਹੜਾ ਰਿਐਕਟ ਹੁੰਦਾ ਜਾਂ ਜਿਹੜਾ ਉਹਨਾਂ ਦਾ ਮੋੜਵਾਂ ਜਵਾਬ ਹੁੰਦਾ, ਉਹ ਇੱਕ ਅਪਸ਼ਬਦ ਨਾ ਹੁੰਦਾ, ਉਦੋਂ ਬਾਅਦ ਇਹ ਵਿਰੋਧ ਜਾਗ ਜਾਂਦਾ। ਪਰ ਜਿਹੜਾ ਇਹ ਗਾਣਾ ਹੈ ਜਾਂ ਜਿਹੜਾ ਇਹ ਗਾਣਾ ਹੁਣ ਹੈ ਗੱਲ ਸੁਣੋ ਪੰਜਾਬੀ ਦੋਸਤੋ, ਇਹ ਪੰਜਾਬੀ ਤੋਂ ਸਮਝ ਪਾਉਣਗੇ ਜਸਟੀਫਿਕੇਸ਼ਨ ਹੈ ਜਾਂ ਉਹਨਾਂ ਦੀ ਮਹਿਸੂਸੀਅਤ ਤੱਕ ਮੈਂ ਗਲਤ ਕੀਤਾ? ਨਹੀਂ, ਇੱਦਾਂ ਨਹੀਂ। ਦੇਖੋ, ਜਮਹੂਰੀਅਤ ਹੈ ਨਾ, ਸਾਡਾ ਲੋਕ ਰਾਜ ਹੈ, ਅਤੇ ਇਹਦੇ 'ਚ ਹਰ ਇੱਕ ਨੂੰ ਆਪਣੀ ਗੱਲ, ਆਪਣਾ ਮਤ, ਆਪਣਾ ਵਿਚਾਰ ਰੱਖਣ ਦੀ ਪੂਰੀ ਆਜ਼ਾਦੀ ਹੈ। ਕਿਸੇ ਇੱਕ ਇਸ਼ੂ ਦੇ ਉੱਤੇ ਮੈਂ ਤੇ ਤੁਸੀਂ ਮੁਤਫਿਕ ਹੋ ਸਕਦੇ ਹੋ, ਅਤੇ ਕਿਸੇ ਦੇ ਅਸੀਂ ਉਹ ਮੁਖਾਲਫਤ ਵੀ ਹੋ ਸਕਦੀ ਸਾਡੀ। ਔਰ ਇਹ ਘਰ ਪਰਿਵਾਰ ਦੇ ਵਿੱਚ ਵੀ ਦੋ ਭਰਾਵਾਂ ਦੇ ਕਈ ਵਾਰੀ ਵਿਚਾਰ ਨਹੀਂ ਰਲਦੇ, ਪਿਓ ਪੁੱਤ ਦੇ ਨਹੀਂ ਰਲਦੇ, ਇੱਦਾਂ ਦੀ ਕੋਈ ਗੱਲ ਨਹੀਂ, ਵਿਚਾਰ ਵੱਖਰੇ ਰੱਖਣੇ ਕੋਈ ਮਾੜੀ ਗੱਲ ਨਹੀਂ। ਪਰ ਰੌਲਾ ਇਹ ਆ ਬਈ ਜਦੋਂ ਆਪਾਂ ਕਿਸੇ ਵਿਚਾਰ ਦੀ
ਪ੍ਰੋੜਤਾ ਕਰਦੇ ਆ ਜਾਂ ਉਹਦੇ ਬਾਰੇ ਉਹਨੂੰ ਐਲੈਬੋਰੇਟ ਕਰਕੇ ਉਹਦੇ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਆ, ਤੇ ਫਿਰ ਬੰਦਾ ਇੱਕ ਕਲਾਕਾਰ ਉਹ ਤਾਂ ਕਲਾ ਦੇ ਜ਼ਰੀਏ ਹੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਊਗਾ ਨਾ। ਤੇ ਗੁਰਦਾਸ ਮਾਨ ਜੀ ਦੀ ਜਿਹੜੀ ਕਲਾ ਸਾਧਨਾ ਵਾ ਉਹ ਗਾਇਕੀ ਦੀ ਹੈ, ਤੇ ਉਹਨਾਂ ਗਾਇਕੀ ਦੇ ਤੌਰ ਦੇ ਉੱਤੇ ਉਹ ਗੱਲਾਂ ਲਿਖੀਆਂ ਔਰ ਬੜੇ ਹੀ ਮਿੱਠੀ ਸੋਹਣੀ ਆਵਾਜ਼ ਦੇ ਵਿੱਚ ਉਹ ਗੀਤ ਰਿਕਾਰਡ ਹੋਇਆ ਤੇ ਗਾਇਆ ਤੇ ਫਿਲਮਾਇਆ। ਗੁਰਿਕ ਮਾਨ ਹੋਰਾਂ ਨੇ ਉਹਦੀ ਨਿਰਦੇਸ਼ਨਾ ਦਿੱਤੀ, ਬਾ ਕਮਾਲ। ਤੇ ਮੈਂ ਤੇ ਕਹਿੰਦਾ ਵੀ ਉਹ ਟੈਕਨੀਕਲ ਪੱਖ ਤੁਸੀਂ ਨਾ ਵੀ ਰੱਖੋ, ਅਦਰਵਾਈਜ਼ ਉਹ ਗੀਤ ਦੀ ਜਿਹੜੀ ਵੈਲਿਊ ਆ ਉਹ ਬਹੁਤ ਜ਼ਿਆਦਾ ਜੀ। ਹਾਂ, ਉਹਨਾਂ ਦਾ ਦੇਖੋ ਹੁਣ ਦਰਸ਼ਕਾਂ ਦਾ ਤੇ ਪੰਜਾਬੀਆਂ ਦਾ ਹੁੰਗਾਰਾ ਚੰਗਾ ਮਿਲ ਰਿਹਾ ਹੈ, ਜਿਵੇਂ ਵਿਰੋਧ ਮਿਲ ਰਿਹਾ ਸੀ। ਪਰ ਇਹਦੇ 'ਚ ਇੱਕ ਵੱਡੀ ਗੱਲ ਹੈ ਕਿ ਜਿਹੜੇ ਬੁੱਧੀਜੀਵੀ ਨੇ ਜਾਂ ਜਿਨ੍ਹਾਂ ਨੂੰ ਉਹਨੇ ਸਮਾਜ ਦੇ ਠੇਕੇਦਾਰ ਕਿਹਾ ਜਾਂ ਭਾਸ਼ਾਵਾਂ ਦੇ ਠੇਕੇਦਾਰ ਕਿਹਾ, ਉਹਨਾਂ ਦਾ ਵਿਰੋਧ ਹਜੇ ਉਵੇਂ ਹੀ ਨਜ਼ਰ ਆ ਰਿਹਾ। ਉਹ ਕਹਿੰਦੇ ਵੀ ਇਹ ਇੱਕ ਉਹਨਾਂ ਨੇ ਆਪਦਾ ਪੱਖ ਰੱਖਤਾ ਵੀ ਮੈਂ ਉਹ ਜਿਹੜਾ ਰਿਐਕਟ ਕੀਤਾ ਉਹ ਗਲਤ ਨਹੀਂ ਸੀ। ਜਦੋਂ ਕਿਸੇ ਦੀ ਤੁਸੀਂ ਮਾਂ ਨੂੰ ਕੋਈ ਅਪਸ਼ਬਦ ਬੋਲੋਗੇ ਤਾਂ ਉਹਦਾ ਰਿਐਕਸ਼ਨ ਇਹੀ ਹੁੰਦਾ, ਤੇ ਗਾਣਾ ਵੀ ਇਹੀ ਕਹਿੰਦਾ। ਤੇ ਪ੍ਰੋਫੈਸਰ ਸਾਹਿਬ ਤੁਸੀਂ ਉਹ 'ਚ ਬਣੇ ਹੋ, ਜਦੋਂ ਤੁਸੀਂ ਮਿਲਦੇ ਹੋ ਤਾਂ ਇੱਕਦਮ ਉਹ ਪ੍ਰੋਫੈਸਰ ਦਾ ਰਿਐਕਟ ਕੀ ਹੁੰਦਾ ਜਦੋਂ ਇੱਕ ਨੌਜਵਾਨ ਉਹਨੂੰ ਪੁੱਠਾ ਬੋਲਦਾ, ਤੇ ਉਹ ਅੱਧੀ ਕੁ ਗਾਲ ਦਿਖਾਈ ਹੈ ਉਹਦੇ 'ਚ। ਮੈਂ ਦੱਸਦਾ ਦੇਖੋ ਕੀ ਆ ਸਾਡੇ ਪੰਜਾਬੀਆਂ 'ਚ, ਸਾਡੇ ਲੋਕ ਸੁਭਾਅ ਜਿਹੜੇ ਨੇ ਪੰਜਾਬੀਆਂ ਦੇ, ਪ੍ਰੋਫੈਸਰ ਪੂਰਨ ਸਿੰਘ ਨੇ ਲਿਖ ਗਿਆ ਕਿ ਪਿਆਰ ਨਾਲ ਇਹ ਕਰਨ ਗੁਲਾਮੀ ਪਰ ਟੈ ਨਹੀਂ ਮੰਨਦੇ ਕਿਸੇ ਦੀ। ਤੇ ਜਿੱਥੋਂ ਤੱਕ ਤੇ ਜਦੋਂ ਪ੍ਰੋਫੈਸਰ ਨਿਮਰਤਾ ਸਹਿਤ ਬੱਚਿਆਂ ਨੂੰ ਕਹਿੰਦਾ ਵੀ ਭਾਈ ਤੁਸੀਂ ਇਹ ਗੱਲ ਮੰਨ ਲਓ, ਉਹ ਹਟਦੇ ਨਹੀਂ ਔਰ ਇੱਜ਼ਤ ਵੀ ਨਹੀਂ ਦਿੰਦੇ, ਉਹਦੀ ਉਮਰ ਦਾ ਵੀ ਲਿਹਾਜ਼ ਨਹੀਂ ਕਰਦੇ। ਤੇ ਉਹ ਜਦੋਂ ਪੁੱਠਾ ਸਿੱਧਾ ਬੋਲਦੇ, ਗਾਲਾਂ ਗੁਲਾਂ ਕੱਢਦੇ ਆ, ਤਾਂ ਫਿਰ ਭਾਈ ਉਹ ਪੰਜਾਬੀ ਇੱਕ, ਮੈਂ ਤੁਹਾਨੂੰ ਲੋਕ ਸੁਭਾਅ ਦੀ ਗੱਲ ਕੀਤੀ ਹੈ, ਤੇ ਅਣਖ ਦੀ ਤੇ ਗੈਰਤ ਦੀ ਗੱਲ ਆ। ਤੇ ਉਹ ਗੈਰਤ ਉਹ ਦੁੱਲੇ 'ਚ ਵੀ ਸੀ, ਉਹ ਮਿਰਜ਼ੇ 'ਚ ਵੀ ਸੀ, ਉਹ ਪੋਰਸ 'ਚ ਵੀ ਸੀ। ਤੇ ਉਹ ਇਸ ਕਰਕੇ ਉਹ ਫਿਰ ਨੈਚੁਰਲੀ ਆ ਫਿਰ ਭਾਈ ਨਾਲੇ ਗਾਲਾਂ ਤੇ ਸੱਚੀ ਗੱਲ ਜੇ ਪੰਜਾਬੀ ਲੋਕ ਸੱਭਿਆਚਾਰ ਦੇ ਨਾਲ ਜੁੜੀਆਂ ਹੀ ਨੇ। ਤੇ ਉਹ ਇਹਨਾਂ ਨੂੰ ਕੋਈ ਇੱਦਾਂ ਉਸ ਤਰ੍ਹਾਂ ਨਹੀਂ ਲੈਂਦੇ ਵੀ ਇਹ ਜੀ ਕੋਈ ਕਿਸੇ ਨੇ ਇੱਦਾਂ ਕਹਿ ਦਿੱਤਾ ਜਾਂ ਉੱਦਾਂ ਕਹਿ ਦਿੱਤਾ, ਇਹ ਆਮ ਹੀ ਸੁਭਾਵਿਕ ਹੀ ਬੰਦਾ ਬੋਲ ਲੈਂਦਾ। ਚਲੋ ਦਰਸ਼ਕੋ, ਆਪਾਂ ਗੱਲ ਕਰਦੇ ਹਾਂ ਕਿ ਇਹ ਪਹਿਲੀ ਕਲਿੱਕ ਸੀ ਇਹਨਾਂ ਨਾਲ ਇੱਕ ਅਦਾਕਾਰ ਦੇ ਤੌਰ ਤੇ ਜਿਹੜੇ ਇਹਨਾਂ ਨੇ ਉੱਥੇ ਕਿਰਦਾਰ ਨਿਭਾਇਆ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਸਰਦਾਰ ਬਲਕਾਰ ਸਿੰਘ ਨਿਰਦੇਸ਼ਕ ਟੈਗੋਰ ਥੀਏਟਰ ਰਹੇ ਨੇ, ਹੁਣ ਮੌਜੂਦਾ ਪ੍ਰਧਾਨ ਨੇ ਪੰਜਾਬੀ ਸਾਹਿਤ ਲੇਖਕ ਸਭਾ ਦੇ, ਫਿਰ ਪੰਜਾਬੀ ਭਾਸ਼ਾ ਵਿਭਾਗ ਦੇ ਸਹਿ ਨਿਰਦੇਸ਼ਕ ਵਜੋਂ ਸੇਵਾ ਮੁਕਤ ਹੋਏ ਨੇ। ਅੰਤਰਰਾਸ਼ਟਰੀ ਪੱਧਰ ਤੇ ਅਦਾਕਾਰੀ ਦੇ ਇਹ ਜੌਹਰ ਦਿਖਾ ਚੁੱਕੇ ਨੇ, ਦੂਰਦਰਸ਼ਨ ਦੇ ਕਈ ਸੀਰੀਅਲ ਕਰ ਚੁੱਕੇ ਨੇ, 2 ਤੋਂ ਕਿਤਾਬਾਂ ਆ ਚੁੱਕੀਆਂ ਥੀਏਟਰ ਦੇ ਵਿੱਚ। ਹੁਣ ਆਪਾਂ ਇਹਨਾਂ ਦਾ ਗੱਲ ਕਰਦੇ ਹਾਂ ਜੋ ਇਹਨਾਂ ਨੇ ਪੰਜਾਬੀ ਸਾਹਿਤ ਲੇਖਕ ਸਭਾ ਦੇ ਪ੍ਰੈਜ਼ੀਡੈਂਟ ਤੌਰ ਤੇ ਹੈਗੇ ਨੇ, ਜਾਂ ਇਹਨਾਂ ਨੇ ਟੈਗੋਰ ਥੀਏਟਰ 'ਤੇ ਗੱਲ ਕੀਤੀ। ਇੱਕ ਬੁੱਧੀਜੀਵੀ ਤੌਰ ਤੇ ਪੁੱਛਦੇ ਇਹਨਾਂ ਤੋਂ ਹੁਣ ਆਪਾਂ ਦੂਸਰੇ ਕਲਿੱਕ 'ਚ ਚੱਲਦੇ ਹਾਂ। ਬਲਕਾਰ ਸਾਹਿਬ, ਹੁਣ ਤੁਸੀਂ ਅਦਾਕਾਰੀ ਦਾ ਖੇਤਰ ਪਾਸੇ ਰੱਖ ਦਿਓ, ਹੁਣ ਆਪਾਂ ਦੂਸਰੇ ਪਾਸੇ ਹੁੰਦੇ ਹਾਂ। ਤੁਸੀਂ ਦੱਸੋ ਵੀ ਜਿਵੇਂ ਉਹਦੇ 'ਚ ਦਿਖਾਇਆ ਗਿਆ ਕਿ ਜੋ ਤੁਸੀਂ ਐਕਟ ਕਰੋਗੇ ਰਿਐਕਟ ਵੈਸਾ ਹੀ ਆਏਗਾ, ਉੱਥੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਗੁਰਦਾਸ ਮਾਨ ਸਾਹਿਬ ਨੇ ਇਹ ਸ਼ੋਅ ਕਰਨਾ ਦੱਸਿਆ ਕਿ ਉਹਨਾਂ ਦੀ ਘਾਲਣਾ ਐਡੀ ਵੱਡੀ ਸੀ, ਜੇ ਉਹਨੂੰ ਇੱਕ ਨੌਜਵਾਨ ਨੂੰ ਜਾਂ ਉਹਦੀ ਗੱਲ ਕੋਈ ਕਹਿ ਵੀ ਦਿੱਤੀ ਤਾਂ ਉਹਦਾ ਰਿਐਕਸ਼ਨ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਤੇ ਜੇ ਤੁਸੀਂ ਰਿਐਕਟ ਕਰੋਗੇ, ਜੇ ਉਹਨੇ ਐਕਟ ਕਰਤਾ ਕੋਈ ਬਾਹਲੀ ਗੁਨਹਗਾਰ ਵਾਲੀ ਗੱਲ ਨਹੀਂ। ਤੁਸੀਂ ਇਹਦੇ ਨਾਲ ਕਿੰਨਾ ਸਹਿਮਤ? ਦੇਖੋ ਜੀ, ਜਦੋਂ ਤੱਕ ਤੇ ਗੁਰਦਾਸ ਮਾਨ ਜੀ ਦਾ ਪੰਜਾਬੀ ਜ਼ਬਾਨ ਨੂੰ ਲੈ ਕੇ ਜਾਂ ਪੰਜਾਬੀ ਗਾਇਕੀ, ਮਿਆਰੀ ਗਾਇਕੀ ਜੀ, ਕਿਉਂਕਿ ਉਹ ਇੱਕ ਟ੍ਰੈਂਡ ਸੈਟਰ ਸਨ। ਉਹ ਉਹਨਾਂ ਤੋਂ ਪਹਿਲਾਂ ਡੋਇਟਸ ਗਾਣੇ ਚੱਲਦੇ ਸੀ, ਕਿਤੇ ਕਿਤੇ ਡਬਲ ਮੀਨਿੰਗ ਵਾਲੇ ਵੀ ਆ ਜਾਂਦੇ ਸੀ, ਲੇਕਿਨ ਉਹਨਾਂ ਨੇ ਇੱਕ ਸਾਫ ਸੁਥਰੀ ਔਰ ਸਾਹਿਤਕ ਭਾਸ਼ਾ ਵਾਲੀ ਗਾਇਕੀ ਪੰਜਾਬੀ 'ਚ ਸ਼ੁਰੂ ਕੀਤੀ ਔਰ ਬਹੁਤ ਆਲਾ ਦਰਜੇ ਦੇ ਗੀਤ ਉਹਨਾਂ ਨੇ ਗਾਏ। ਔਰ ਪੰਜਾਬ ਹੀ ਨਹੀਂ, ਹਿੰਦੁਸਤਾਨ ਹੀ ਨਹੀਂ, ਸੰਸਾਰ ਭਰ ਦੇ ਵਿੱਚ ਪੰਜਾਬੀ ਜ਼ਬਾਨ ਨੂੰ ਆਪਣੇ ਗੀਤਾਂ ਦੇ ਜ਼ਰੀਏ ਹਰਮਨ ਪਿਆਰਾ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ। ਔਰ ਉਹਨਾਂ ਦੇ ਨਾਲ ਮੈਂ ਕਹਿੰਦਾ ਇਹ ਬੇਨਜ਼ੀਰ, ਬੇਮਿਸਾਲ ਇੱਦਾਂ ਦੀ ਸ਼ਖਸੀਅਤ, ਇਸ ਤਰ੍ਹਾਂ ਦੀ ਕੰਟਰੀਬਿਊਸ਼ਨ ਵਾਲੀ ਹੋਰ ਕੋਈ ਨਹੀਂ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਵੱਲੋਂ, ਮੇਰਾ ਸਵਾਲ ਸਿਰਫ ਇੰਨਾ ਕਾ ਸੀਗਾ, ਇਹ ਉਹਨਾਂ ਦੀ ਘਾਲਣਾ ਤੇ ਉਹਨਾਂ ਦੀ ਸੇਵਾ ਤੇ ਪੰਜਾਬੀ ਦੀ ਸੇਵਾ ਦੇ, ਪੰਜਾਬੀਆਂ ਦੀ ਸੇਵਾ ਦੇ, ਪੰਜਾਬ ਦੇ ਮਾਣ ਨੂੰ ਵਧਾਉਣ ਦੀ ਸੇਵਾ 'ਚ ਕੋਈ ਵੀ ਸਵਾਲ ਨਹੀਂ ਹੈ। ਪਰ ਸਵਾਲ ਇਹ ਹੈ, ਇਸ ਗਾਣੇ ਤਹਿਤ ਉਹਨਾਂ ਨੇ ਦੱਸਿਆ ਵੀ ਜੇ ਐਡੀ ਸ਼ਖਸੀਅਤ ਤੋਂ ਕੋਈ 19-21 ਹੋ ਜਾਂਦੀ ਹੈ ਤਾਂ ਉਹਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ। ਤੁਸੀਂ ਜਿਹੜੀ ਉਹਨਾਂ ਦੀ ਬਦਕਲਾਮੀ ਹੋਈ, ਉਹ ਬਦਕਲਾਮੀ ਦੇ ਵਿੱਚ ਤੁਸੀਂ ਕਿੰਨੇ ਸਹਿਮਤ ਹੋ? ਮੈਂ ਦੇਖੋ, ਮੈਂ ਤੁਹਾਨੂੰ ਐਵੇਂ ਲੈਣਾ ਇਸ ਗੱਲ ਨੂੰ ਕਿ ਗੁਰਦਾਸ ਮਾਨ ਜੀ ਦਾ ਰੁਤਬਾ, ਉਸ ਇੰਸੀਡੈਂਟ ਜਿਹਦੇ ਬਾਰੇ ਤੁਸੀਂ ਜ਼ਿਕਰ ਕੀਤਾ, ਕੈਨੇਡਾ ਦੇ ਚੱਲਦੇ ਸ਼ੋਅ ਵਾਲਾ ਜੀ, ਉਸ ਤੋਂ ਪਹਿਲਾਂ
ਜੋ ਉਹਨਾਂ ਦਾ ਰੁਤਬਾ ਪੰਜਾਬੀ ਸਮਾਜ ਵਿੱਚ ਤੋਂ ਸਾਡੇ ਮਾਸ਼ਰੇ 'ਚ ਸੀ, ਉਹ ਇੱਕ ਪੀਰ ਪੈਗੰਬਰ ਵਾਲਾ ਸੀ ਅਤੇ ਲੋਕੀ ਉਹਨਾਂ ਨੂੰ ਬੜੀ ਹੀ ਜਿੱਦਾਂ ਕਹਿੰਦੇ ਸ਼ਰਧਾ ਦੀ ਭਾਵਨਾ ਨਾਲ ਬੜਾ ਉੱਚ ਦਰਜੇ 'ਤੇ ਰੱਖਦੇ ਸੀ। ਔਰ ਉਹਦੇ ਲਈ ਉਹ ਖੁਦ ਜ਼ਿੰਮੇਵਾਰ, ਕਿਉਂਕਿ ਉਹ ਨਿਮਰਤਾ ਦੇ ਪੁੰਜ ਸੀਗੇ। ਉਹਦੇ ਹਰੇ ਗੀਤ ਵਿੱਚ ਨਿਮਾਣਾ ਪੰਜਾਬ ਮਾਨ, ਮਰ ਜਾਣਾ ਮਾਨ, ਫਿਰ ਉਹ ਕੀ ਹੋ ਗਿਆ ਇੱਕਦਮ? ਹਾਂ, ਉਹਦਾ ਮੈਂ ਦੱਸਦਾ ਕੀ ਆ ਕਿ ਉਹ ਜਦੋਂ ਉਹਨਾਂ ਨੇ ਉਹ ਸ਼ੋਅ ਦੇ ਦੌਰਾਨ ਜਦੋਂ ਵਿਰੋਧ ਹੋਇਆ, ਉਹ ਤਖਤੀਆਂ ਲੈ ਕੇ ਖੜੇ ਸੀ ਸਾਰੇ, ਗਦਾਰ ਲਿਖਿਆ ਹੋਇਆ ਜਦੋਂ ਸੀਗਾ। ਲੋਕਾਂ ਨੇ ਇੱਕ ਕਹਿ ਲਓ ਸੀਮਾ ਕ੍ਰਾਸ ਕੀਤੀ, ਲਕਸ਼ਮਣ ਰੇਖਾ ਲੰਘੇ, ਤੇ ਉਹ ਵੀ ਇਨਸਾਨ ਹੀ ਨੇ ਆਫਟਰ ਆਲ, ਗੁਰਦਾਸ ਮਾਨ ਜੀ। ਤੇ ਉਹਨਾਂ ਨੇ ਉਦੋਂ ਚਲੋ ਪ੍ਰਵੋਕ ਹੋ ਗਏ, ਪ੍ਰਵੋਕ ਉਹਨਾਂ ਨੂੰ ਕੀਤਾ ਗਿਆ, ਔਰ ਪ੍ਰਵੋਕ ਹੋਣ ਤੋਂ ਬਾਅਦ ਉਹਨਾਂ ਨੇ ਆਪਣਾ ਉਹ ਜਿਹੜਾ ਇੱਕ ਕੁਝ ਅਪਸ਼ਬਦ ਬੋਲੇ ਗਏ ਉਹਨਾਂ ਕੋਲੋਂ। ਹਾਂ, ਚਲੋ ਕਹਿਣ ਦਾ ਮਤਲਬ ਤੁਹਾਡਾ ਹੈ ਕਿ ਇੱਕ ਇਨਸਾਨ ਦੀ ਫਿਤਰਤ ਹੈ ਜੀ, ਜਾਂ ਇਨਸਾਨੀ ਸੁਭਾਅ ਦੇ ਵਿੱਚ ਹੈ, ਕਿਸੇ ਟਾਈਮ ਐਸੀ ਗੱਲ ਹੋ ਜਾਂਦੀ ਹੈ, ਗਲਤੀਆਂ ਦਾ ਪੁਤਲਾ ਇਨਸਾਨ ਹੈ, ਜਿਵੇਂ ਅਕਸਰ ਕਹਿੰਦੇ ਆ। ਜੀ ਜੀ। ਪਰ ਇੱਕ ਗੱਲ ਹੋਰ ਹੈ, ਉਹੀ ਲੋਕ, ਉਹੀ ਪੰਜਾਬੀ ਦੁਨੀਆ ਭਰ ਦੇ ਹੁਣ ਉਹਨਾਂ ਦੇ ਗਾਣੇ ਨੂੰ ਸਵੀਕਾਰ ਵੀ ਕਰ ਰਹੇ ਆ, ਅੱਛਾ ਰਿਸਪੌਂਸ ਦੇ ਰਹੇ ਆ, ਉਦੋਂ ਅੱਛਾ ਵਿਰੋਧ ਕਰ ਰਹੇ ਸੀ। ਤੁਸੀਂ ਕੀ ਲੱਗਦੇ ਹੋ ਐਜ਼ ਏ ਬੁੱਧੀਜੀਵੀ, ਜਿਵੇਂ ਤੁਸੀਂ ਇੰਨੇ ਖੇਤਰ 'ਚ ਕੰਮ ਕੀਤਾ, ਲੋਕਾਂ ਨੇ ਉਹਨਾਂ ਦੀ ਗਲਤੀ ਸਵੀਕਾਰ ਕਰ ਲਈ? ਦਰਅਸਲ ਜਦੋਂ ਜੇ ਅਸੀਂ ਵੀ ਕੋਈ ਗੱਲ ਨਹੀਂ, ਮੈਂ ਤੁਹਾਨੂੰ ਦੱਸਦਾ, ਜੇ ਅਸੀਂ ਤੁਹਾਡਾ ਸੋਸ਼ਲ ਮੀਡੀਆ ਵਾਲਾ ਇਹ ਵੇਖਦੇ ਹਾਂ ਲੋਕਾਂ ਦੇ ਰਿਐਕਸ਼ਨ, ਜਿਨ੍ਹਾਂ 'ਚ ਮੈਂ ਸਮਝਦਾ ਕਿ ਜ਼ਿਆਦਾ ਲੋਕੀ ਉਹਨਾਂ ਦੀ ਐਕਸੈਪਟ ਕਰਦੇ ਨੇ ਜਸਟੀਫਿਕੇਸ਼ਨ, ਲੇਕਿਨ ਕੁਛ ਇੱਕ ਉਹ ਵੀ ਨੇ ਜਿਹੜੇ ਹਾਲੇ ਵੀ ਵਿਰੋਧ ਦੇ ਵਿੱਚ ਲਿਖਦੇ ਨੇ, ਕਮੈਂਟਸ ਦਿੰਦੇ ਨੇ। ਅੱਛਾ, ਔਰ ਉਹਦੇ ਵਿੱਚ ਟੂ ਸਮ ਐਕਸਟੈਂਟ ਮੈਂ ਕਹੂੰਗਾ ਉਹਨਾਂ ਦਾ ਪੱਖ ਵੀ ਆਪਾਂ ਨੂੰ ਇਗਨੋਰ ਨਹੀਂ ਇੰਨਾ ਕਰਨਾ ਚਾਹੀਦਾ। ਰੀਜ਼ਨ ਬੀਇੰਗ ਕਿ ਇੱਕ ਕਲਾਕਾਰ ਆ, ਉਹ ਆਪਣੀ ਕਲਾਕਾਰੀ 'ਚ ਮਾਹਰ ਆ। ਤੁਸੀਂ ਉਹਨੂੰ ਐਕਸਪੈਕਟ ਕਰਦੇ ਹੋ ਕਿ ਪੋਲੀਟੀਕਲ ਸਾਇੰਸ ਦਾ ਵੀ ਮਾਹਰ ਹੋਵੇ, ਉਹਨੂੰ ਇਹ ਵੀ ਪਤਾ ਵੀ ਸੰਵਿਧਾਨ ਦੀ ਕਿਹੜੀ ਧਾਰਾ 'ਚ ਕੀ ਲਿਖਿਆ, ਇੱਦਾਂ। ਅਤੇ ਉਹ ਸੁਭਾਵਿਕ ਆਮ ਵਰਤਾਰੇ ਦੇ ਵਿੱਚੋਂ ਕੋਈ ਜਨਰਲ ਗੱਲ ਕਰ ਲੈਂਦਾ। ਅਤੇ ਜੇ ਮੈਨੂੰ ਤੁਸੀਂ ਕੋਈ ਸਾਇੰਸ, ਜੀਓਗ੍ਰਾਫੀ ਜਾਂ ਦੂਜੀਆਂ ਉਹਨਾਂ ਸਬਜੈਕਟਾਂ ਬਾਰੇ ਕੋਈ ਗੱਲ ਪੁੱਛੋਗੇ ਤਾਂ ਮੈਂ ਤੁੱਕੇ ਜੇ ਨਾਲ ਐਵੇਂ ਗੱਲ ਕਰੂੰਗਾ, ਅਤੇ ਉਹ ਮਤਲਬ ਉਹ ਜਸਟੀਫਿਕੇਸ਼ਨ ਬਣਦੀ ਨਹੀਂ। ਸਾਨੂੰ ਪਤਾ ਕਿ ਸਾਡੇ ਹਿੰਦੁਸਤਾਨ ਦੀ ਕੋਈ ਰਾਸ਼ਟਰੀ ਭਾਸ਼ਾ ਨਹੀਂ ਸੰਵਿਧਾਨ ਦੇ ਮੁਤਾਬਕ। ਸੰਵਿਧਾਨ ਦੇ ਮੁਤਾਬਕ 22 ਭਾਸ਼ਾਵਾਂ ਨੇ ਜਿਹੜੇ ਸੂਚੀਬੱਧ ਨੇ, ਅਤੇ ਸਰਕਾਰੀ ਭਾਸ਼ਾਵਾਂ ਨੇ, ਔਰ ਉਹਨਾਂ 'ਚ ਪੰਜਾਬੀ ਵੀ ਸ਼ਾਮਲ ਹੈ, ਬੰਗਾਲੀ, ਉੜੀਸਾ, ਹਿੰਦੀ ਵੀ ਸ਼ਾਮਲ ਹੈ ਉਹਨਾਂ 'ਚ। ਅਤੇ ਇਸ ਕਰਕੇ ਜਦੋਂ ਇੱਦਾਂ ਦੀ, ਅਤੇ ਜਦੋਂ ਅਸੀਂ ਕਿਸੇ ਇੱਕ ਜ਼ਬਾਨ ਦੀ ਤਰਫਦਾਰੀ ਕਰੀਏ, ਹਾਲਾਂਕਿ ਇਹ ਵੀ ਗੱਲ ਸੱਚਾਈ ਆ, ਹਕੀਕਤ ਆ ਕਿ ਪੂਰੇ ਹਿੰਦੁਸਤਾਨ ਵਿੱਚ ਸਭ ਤੋਂ ਜ਼ਿਆਦਾ ਬੋਲੀ ਅਤੇ ਸਮਝੀ ਜਾਣ ਵਾਲੀ ਭਾਸ਼ਾ ਹਿੰਦੀ ਹੋ ਜੀ। ਅਤੇ ਲੇਕਿਨ ਜੇ ਆਪਾਂ ਸੰਵਿਧਾਨਕ ਢੰਗ ਨਾਲ ਵੇਖੀਏ ਤਾਂ ਇਹ ਕੋਈ ਜਸਟੀਫਿਕੇਸ਼ਨ ਨਹੀਂ ਬਣਦੀ ਕਿ ਰਾਸ਼ਟਰੀ ਫਿਰ ਇਹ ਸਭ ਸਾਰੀਆਂ ਜਿਹੜੇ 22 ਦੀਆਂ 22 ਭਾਸ਼ਾਵਾਂ ਰਾਸ਼ਟਰੀ ਭਾਸ਼ਾਵਾਂ ਨੇ, ਕੌਮੀ ਜ਼ਬਾਨਾਂ ਨੇ ਸਾਡੀਆਂ। ਅਤੇ ਹੁਣ ਕਿਸੇ ਇੱਕ ਦੀ ਅਸੀਂ ਕਰੀਏ, ਔਰ ਉਸ ਵੇਲੇ ਜਦੋਂ ਉਹਨਾਂ ਨੇ 3 ਸਾਲ ਪਹਿਲਾਂ ਇਹ ਕੋਈ ਸਟੇਟਮੈਂਟ ਇੱਦਾਂ ਦੀ ਦਿੱਤੀ ਸੀਗੀ। ਹਾਂ, ਇੱਕ ਇੰਟਰਵਿਊ ਸੀਗੀ ਰੇਡੀਓ ਦੇ ਵਿੱਚ, ਉੱਥੇ ਪੁੱਛਿਆ ਗਿਆ ਸੀ, ਜ਼ੁਬਾਨ ਦੀ ਗੱਲ ਚੱਲ ਰਹੀ ਸੀ ਕਿ ਉਦੋਂ ਨੈਸ਼ਨਲ ਪੱਧਰ ਤੇ ਇੱਕ ਗੱਲ ਚੱਲ ਰਹੀ ਸੀ, ਵਨ ਨੇਸ਼ਨ ਦੀ ਗੱਲ ਚਲਾ ਰਹੀ ਸੀਗੀ ਸੱਤਾਧਾਰੀ ਸਰਕਾਰ ਜੀ। ਸ਼ਾਇਦ ਉਸੇ ਪ੍ਰਭਾਵ ਹੇਠ ਵਿਦੇਸ਼ ਦੇ ਵਿੱਚ ਇੱਕ ਰੇਡੀਓ ਪ੍ਰੋਗਰਾਮ ਦੇ ਵਿੱਚ ਗੁਰਦਾਸ ਮਾਨ ਸਾਹਿਬ ਤੋਂ ਪੁੱਛਿਆ ਸੀ ਭਾਸ਼ਾ ਕਿਹੜੀ ਹੋਣੀ ਚਾਹੀਦੀ, ਉਹਨਾਂ ਨੇ ਕਿਹਾ ਸੀਗਾ ਵੀ ਭਾਸ਼ਾ ਹਿੰਦੁਸਤਾਨੀ ਹੋਣੀ ਚਾਹੀਦੀ ਹੈ, ਜਿਸ 'ਚ ਪੰਜਾਬੀ ਦੇ ਸ਼ਬਦ ਵੀ ਹੋਣ, ਹਿੰਦੀ ਦੇ ਸ਼ਬਦ ਵੀ ਹੋਣ, ਉਰਦੂ ਦੇ ਸ਼ਬਦ ਹੋਣ। ਉਹਨਾਂ ਦੇ ਤੱਤ ਸੀਗੇ ਕਿ ਜਿਵੇਂ ਰਸ਼ੀਆ ਦੀ ਰਸ਼ੀਅਨ ਹੈ, ਜਰਮਨ ਦੀ ਜਰਮਨੀ ਹੈ, ਜਾਂ ਜਿਵੇਂ ਦੇਸ਼ਾਂ ਦੀ ਇੱਕ ਜ਼ੁਬਾਨ ਸਾਰੇ ਸਮਝਣ ਉਹ ਹੋਣ। ਉਹਨਾਂ ਦੇ ਤੱਤ ਵੀ ਸੀ। ਜੇ ਬੰਗਾਲ 'ਚ ਜਾਈਏ ਅਸੀਂ ਪੰਜਾਬੀ ਬੋਲੀ ਤਾਂ ਕੀ ਹੋ, ਉਹ ਕਹਿੰਦੇ ਪੰਜਾਬੀ ਬੋਲੀ ਮੇਰੀ ਮਾਤਰ ਭਾਸ਼ਾ ਹੈ, ਪਰ ਸਾਨੂੰ ਮਾਸੀ ਦਾ ਵੀ ਖਿਆਲ ਰੱਖਣਾ ਚਾਹੀਦਾ ਤੇ ਹਿੰਦੁਸਤਾਨੀ ਜ਼ਰੂਰ ਹੋਵੇ। ਦੇਖੋ, ਬਿਲਕੁਲ ਸਹੀ ਆ। ਇਸ ਨੂੰ ਸਰ 2 ਮਿੰਟ ਥੋੜ੍ਹੀ ਐਡ ਕਰਦੇ ਹਾਂ। ਇਸ ਨੂੰ ਉਸ ਟਾਈਮ ਦੇ ਮਾਹੌਲ ਦੇ ਵਿੱਚ ਜਦੋਂ ਅੰਦੋਲਨ ਦਾ ਦੌਰ ਸੀਗਾ, ਉਦੋਂ ਇੱਕ ਬਹੁਤ ਵੱਡਾ ਸਮੂਹ ਪੰਜਾਬੀਆਂ ਦਾ ਇੱਕ ਪਾਸੇ ਇੱਕ ਵਰਗ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ। ਉਦੋਂ ਫਿਰ ਉਸ ਨੇ ਵਿਰੋਧ ਦੇ ਵਿੱਚ ਲਿਆ ਤੇ ਉਹ ਵੱਡਾ ਵਿਰੋਧ ਹੋਇਆ, ਤੇ ਵਿਰੋਧ ਦੇ ਕਾਰਨ ਅਗਲੀ ਗੱਲ ਮੈਂ ਤੁਹਾਨੂੰ ਉਹ ਕਾਰਨ ਦੱਸ ਰਿਹਾ ਨਾ ਕਿ ਸੰਦਰਭ ਕਿਸ ਮੌਕੇ ਤੇ ਕਿੱਦਾਂ ਸੀ। ਉਦੋਂ ਸੰਦਰਭ ਜਿਸ ਤਰ੍ਹਾਂ ਦਾ ਸੀਗਾ, ਮਾਹੌਲ ਸਿਰਜਿਆ ਜਾ ਰਿਹਾ ਸੀਗਾ ਕਿ ਇੱਕ ਸਿਆਸੀ ਜਿਹੜੀ ਪਾਰਟੀ ਆ ਉਹਦੀ ਨਜ਼ਰ ਵੋਟਾਂ 'ਤੇ ਵੀ ਸੀ, ਉਹਦੀ ਨਜ਼ਰ ਜੇ ਮੈਂ ਕਹਾਂ ਕਿ ਪੋਲਰਾਈਜੇਸ਼ਨ ਵੀ ਸੀ, ਭਾਵੇਂ ਉਹ ਧਰਮ ਨੂੰ ਲੈ ਕੇ ਅਤੇ ਭਾਵੇਂ ਭਾਸ਼ਾ ਨੂੰ ਲੈ ਕੇ। ਇੰਗ ਰੰਗ ਸਾਡੇ ਹਿੰਦੁਸਤਾਨ ਦੀ ਖੂਬਸੂਰਤੀ ਹੈ ਯੂਨਿਟੀ ਇਨ ਡਾਇਵਰਸਿਟੀ, ਯਾਨੀ ਅਨੇਕਤਾ ਵਿੱਚ ਏਕਤਾ। ਔਰ ਅਨੇਕਤਾ ਸਾਡੀ ਭਾਸ਼ਾ ਦੇ ਭਾਸ਼ਾਵਾਂ ਦੇ ਹਿਸਾਬ ਨਾਲ, ਸਾਡੇ ਸੱਭਿਆਚਾਰਾਂ ਦੇ ਹਿਸਾਬ ਨਾਲ। ਉਹ ਹੁਣ ਬੰਗਾਲ ਹੋਵੇ, ਭਾਵੇਂ ਤਮਿਲਨਾਡੂ ਹੋਵੇ, ਅਤੇ ਆਂਧਰਾ ਹੋਵੇ, ਕੇਰਲਾ ਜਿੱਥੇ ਮਲਿਆਲਮ ਆ,
ਤੇ ਦੂਜੀਆਂ ਆਪਣੀਆਂ ਅਲੱਗ-ਅਲੱਗ, ਉਹਨਾਂ ਦਾ ਆਪਣਾ ਇੱਕ ਸੱਭਿਆਚਾਰ, ਹਰ ਇੱਕ ਦਾ ਆਪਣਾ ਆਪਣਾ। ਅੱਜ ਵੇਖੋ ਸੱਭਿਆਚਾਰ ਤੇ ਬੋਲੀ ਕਰਕੇ ਲੋਕੀ ਕਿੰਨੇ ਪੈਸ਼ਨੇਟ ਹੁੰਦੇ ਨੇ, ਜਨੂਨੀ, ਕਿ ਇੱਕ ਮੁਲਕ ਜਿਹਨੂੰ ਆਪਾਂ ਪੂਰਬੀ ਪਾਕਿਸਤਾਨ ਕੁਛ ਕਹਿੰਦੇ ਸੀਗੇ 71 ਤੋਂ ਪਹਿਲਾਂ, ਅੱਜ ਉਸ ਆਪਣੇ ਕਲਚਰ ਤੇ ਜ਼ਬਾਨ ਕਰਕੇ ਉਸ ਦੇਸ਼ ਦਾ ਨਾਮ ਬੰਗਲਾਦੇਸ਼ ਜੀ। ਤੇ ਉੱਥੋਂ ਦਾ ਜਿਹੜਾ ਰਾਸ਼ਟਰੀ ਗੀਤ ਆ ਕੌਮੀ, ਉਹ ਸਾਡੇ ਜਿਨ੍ਹਾਂ ਨੇ ਸਾਡਾ ਰਾਸ਼ਟਰੀ ਗੀਤ ਲਿਖਿਆ, ਗੁਰੂ ਰਵਿੰਦਰਨਾਥ ਟੈਗੋਰ, ਸਾਡਾ ਲਿਖਿਆ ਜਨ ਗਣ ਮਨ, ਬੰਗਲਾਦੇਸ਼ ਦਾ ਅਮਾਰ ਸੋਨਾਰ ਬਾਂਗਲਾ, ਉਹ ਵੀ ਇਹਨਾਂ ਨੇ ਲਿਖਿਆ ਸੀ। ਪਰ ਉਹ ਜ਼ਬਾਨ ਕਰਕੇ, ਭਾਸ਼ਾ ਕਰਕੇ, ਤੇ ਲੋਕੀ ਟੱਚੀ ਹੁੰਦੇ ਆ ਭਾਸ਼ਾ ਨੂੰ ਲੈ ਕੇ, ਜ਼ਬਾਨ ਨੂੰ ਲੈ ਕੇ, ਸੱਭਿਆਚਾਰ ਨੂੰ ਲੈ ਕੇ। ਨਾਲੇ ਪੰਜਾਬੀ ਤਾਂ ਜ਼ਬਾਨ ਕਿਤੇ ਪੁਰਾਣੀ, ਕਦੋਂ ਮੋਹਨ ਜੋਦੜੋ, ਹੜੱਪਾ ਤੋਂ ਲੈ ਕੇ, ਹੈ ਨਾ, ਰਿਗਵੇਦ, ਯੈਸ, ਰਿਗਵੇਦ ਸਾਡੀ ਭਾਸ਼ਾ 'ਚ ਇੱਥੋਂ ਦੀ ਉਸ ਵੇਲੇ ਦੀ ਜ਼ਬਾਨਾਂ ਫਰਕ ਪੈਂਦਾ ਰਹਿੰਦਾ ਵਾ, ਅੱਗੇ ਅੱਗੇ ਤਰੱਕੀ ਕਰਦੇ। ਚਲੋ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਜ਼ੁਬਾਨਾਂ ਦੇ ਵਿੱਚ ਸਿਆਸੀ ਮਾਹੌਲ ਦੇ ਵਿੱਚ ਉਲਝਣਾ ਨਹੀਂ ਚਾਹੀਦਾ ਜੀ। ਵੈਸੇ ਵੀ ਕਲਾਕਾਰ ਦਾ ਕੋਈ ਵਰਗ ਵੰਡ ਨਹੀਂ ਕੀਤੀ ਜਾ ਸਕਦੀ, ਨਾ ਗੁਰੂਆਂ ਦੀ ਵਰਗ ਵੰਡ ਕੀਤੀ ਜਾ ਸਕਦੀ, ਨਾ ਵਿਦਵਾਨਾਂ ਦੀ ਕੀਤੀ ਜਾ ਸਕਦੀ ਹੈ। ਮੈਂ ਨਾ ਜੀ, ਤੁਸੀਂ ਸਾਡੇ ਮੇਰੇ ਮਨ ਦੀ ਕਰ ਲਈ ਤੇ ਮੈਨੂੰ ਤਾਂ ਫਿਰ ਉਹ ਸ਼ੇਰ ਉਹਨਾਂ ਦਾ ਯਾਦ ਆਉਂਦਾ ਕਿ ਜੋ ਉਨਕਾ काम है वो अहले सियासत जाने, हमारा पैगाम मोहब्बत है जहाँ तक पहुँचे। ਤੇ ਜ਼ਬਾਨਾਂ ਦਾ ਮਕਸਦ ਵੀ ਇਹੋ ਹੀ ਆ, ਲੋਕਾਂ ਨੂੰ ਜੋੜਨਾ, ਪਿਆਰ ਵੰਡਣਾ, ਆਪਣੇ ਵਿਚਾਰ ਅਗਲੇ ਨਾਲ ਸਾਂਝੇ ਕਰਨੇ, ਉਹਨਾਂ ਦੇ ਆਪਣੇ ਨਾਲ ਚਲੋ ਕਰਨੇ। ਕਹਿਣ ਦਾ ਮਤਲਬ ਇਹ ਹੋ ਗਿਆ ਕਿ ਹੁਣ ਆਪਾਂ ਤੀਸਰੇ ਕਲਿੱਕ 'ਚ ਚੱਲਦੇ ਹਾਂ ਤੁਹਾਡੇ ਨਾਲ ਜੀ। ਪਹਿਲਾ ਕਲਿੱਕ ਤੁਹਾਡੀ ਅਦਾਕਾਰੀ ਨਾਲ ਜੁੜਾ ਹੋ ਗਿਆ, ਤੁਸੀਂ ਐਜ਼ ਏ ਕਲਾਕਾਰ ਹੋ ਗਏ। ਦੂਸਰੇ 'ਚ ਹੋ ਗਏ ਤੁਸੀਂ ਬੁੱਧੀਜੀਵੀ। ਤੇ ਹੁਣ ਮੈਂ ਚਾਹੁੰਦਾ ਕਿ ਮੈਂ ਅੰਦਰਲੇ ਬਲਕਾਰ ਸਿੰਘ ਨੂੰ ਜਾਣਨਾ ਚਾਹੁੰਦਾ ਜਿਹਦੀ ਆਪਦੀ ਨਿੱਜੀ ਰਾਏ ਕੀ ਹੈ, ਭਾਸ਼ਾ ਦੇ ਵਿੱਚ ਜਿਹੜਾ ਇਹ ਵਿਵਾਦ ਹੋਇਆ ਉਹ ਕਿੰਨਾ ਜਾਇਜ਼ ਹੈ, ਜਾਂ ਇੱਕ ਕਲਾਕਾਰ ਦੇ ਪੂਰੇ ਜੀਵਨ ਨੂੰ ਪਾਸੇ ਰੱਖ ਕੇ ਇੱਕ ਉਹਦੀ ਗਲਤੀ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਸੀ? ਕੀ ਉਹਨੂੰ ਇੰਨਾ ਇਗਨੋਰ ਕਰਕੇ ਅੱਜ ਵੀ ਉਹਨੇ ਮਾਫੀ ਨਹੀਂ ਮੰਗੀ, ਆਪਦਾ ਪੱਖ ਰੱਖਿਆ? ਤੁਸੀਂ ਨਿੱਜੀ ਤੌਰ ਤੇ ਇਹਨੂੰ ਕਿਵੇਂ ਲਾਉਂਗੇ? ਦੇਖੋ, ਮੈਂ ਇਹ ਸਮਝਦਾ ਕਿ ਹਰ ਇੱਕ ਕਲਾਕਾਰ ਨੂੰ ਆਜ਼ਾਦੀ ਆ, ਉਹਨੂੰ ਜਿਹਨੂੰ ਆਪਾਂ ਕਹਿੰਦੇ ਕਿ ਫਰੀडम ਆਫ ਐਕਸਪ੍ਰੈਸ਼ਨ ਜੀ, ਤੇ ਉਹ ਆਪਣੀ ਗੱਲ ਕਹਿ ਸਕਦਾ। ਸਾਡੀ ਜਮਹੂਰੀਅਤ ਦੀ ਇਹੋ ਹੀ ਪਛਾਣ ਆ। ਤੇ ਉਹਨਾਂ ਨੇ ਵੀ ਆਪਣੀ ਗੱਲ ਕਹੀ, ਉਦੋਂ ਵੀ ਕਹੀ, ਤੇ ਜੇ ਅੱਜ ਵੀ ਜਸਟੀਫਾਈ ਤੁਸੀਂ ਕਹਿੰਦੇ ਕਰ ਰਹੇ ਇਸ ਗੀਤ ਦੇ ਜ਼ਰੀਏ, ਤਾਂ ਇਟਸ ਓਕੇ। ਤੇ ਕੋਈ ਮੁਤਫਿਕ ਹੋਵੇ ਜਾਂ ਮੁਖਾਲਫਤ ਕਰੇ, ਇਹ ਉਹਨਾਂ ਦਾ ਵੀ ਹੱਕ ਹੈ, ਅਸੀਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿ ਸਕਦੇ। ਲੇਕਿਨ ਹਾਂ, ਗੁਰਦਾਸ ਮਾਨ ਜੀ ਵਰਗੀ ਜਿਹੜੀ ਸੈਲੀਬ੍ਰਿਟੀ, ਐਡੀ ਵੱਡੀ ਸ਼ਖਸੀਅਤ ਆ, ਉਹਦੇ ਕੋਲ ਲੋਕਾਂ ਦਾ ਕੀ, ਪੰਜਾਬੀਆਂ ਦੀ ਐਕਸਪੈਕਟੇਸ਼ਨ, ਜੋ ਤੁਸੀਂ ਮੈਨੂੰ ਨਿੱਜੀ ਪੁੱਛਿਆ, ਤਾਂ ਨਿੱਜੀ ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਵੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ, ਪੰਜਾਬੀਆਂ ਦੀਆਂ ਨਜ਼ਰਾਂ 'ਚ ਉਹਨਾਂ ਦਾ ਰੁਤਬਾ ਪੈਗੰਬਰਾਂ ਵਾਲਾ ਸੀ। ਤੇ ਲੋਕੀ ਐਕਸਪੈਕਟ ਕਰ ਰਹੇ ਸੀ ਕਿ ਪੰਜਾਬੀ ਵੀ ਸ਼ਾਇਦ ਜੇ ਇਹਨਾਂ ਕੋਲ ਅਪਸ਼ਬਦ ਬੋਲਿਆ ਗਿਆ ਕਿਤੇ ਤੇ ਮੁਆਫੀ ਮੰਗ ਲੈਣਗੇ। ਜਿਹੜੀ ਲੋਕਾਂ ਦੀ ਆਸ ਪੂਰੀ ਨਹੀਂ ਹੋਈ, ਉਹਨਾਂ ਨੇ ਮੁਆਫੀ ਉਸ ਵੇਲੇ ਨਹੀਂ ਮੰਗੀ, ਹੁਣ ਵੀ ਨਹੀਂ ਮੰਗੀ, ਇੱਕ ਪੱਖ ਰੱਖਿਆ। ਯੈਸ। ਹਾਲਾਂਕਿ ਇੱਕ ਗੱਲ ਹੋਰ ਵੀ ਆ ਕਿ ਜਦੋਂ ਨਕੋਦਰ ਵਾਲੇ ਲਾਡੀਸ਼ਾਹ ਵਾਲੇ ਇਸ਼ੂ ਹੋਇਆ, ਤੇ ਜਿਹਦੇ ਵਿੱਚ ਤੀਸਰੇ ਗੁਰੂ ਇਹਨਾਂ ਦੀ ਗੱਦੀ ਵਾਲੀ ਕੋਈ ਗੱਲ ਚੱਲ ਰਹੀ ਸੀ, ਹਾਂ, ਗੁਰੂ ਅਮਰਦਾਸ ਜੀ ਭੱਲੇ, ਉੱਥੇ ਵੀ ਕੁਝ ਗੱਲ ਬੋਲੀ ਉਸ ਖਾਨਦਾਨ ਤੇ, ਪਰ ਪਹਿਲ ਕੀਤੀ ਗੁਰਦਾਸ ਮਾਨ ਹੋਰਾਂ ਨੇ, ਮਾਫੀ ਮੰਗੀ, ਉਸੇ ਵੇਲੇ ਮਾਫੀ ਮੰਗੀ। ਔਰ ਪੰਜਾਬੀਆਂ ਦੇ ਦਿਲ ਜਿਗਰੇ ਬੜੇ ਵੱਡੇ ਆ, ਇਹ ਝੱਟ ਮਾਫ ਵੀ ਕਰ ਦਿੰਦੇ ਆ ਤੇ ਗਾਲਣਾ ਵੀ ਲਾ ਲੈਂਦੇ ਆ, ਇਦਾਂ ਦੀ ਗੱਲ ਨਹੀਂ ਕੋਈ। ਤੇ ਮਾਫ ਕਰ ਦੇਣਗੇ ਪੰਜਾਬੀ? ਮੈਂ ਨਾ ਮਾਫੀ ਮੰਗਣੀ, ਗੱਲ ਸੁਣੋ, ਹੁਣ ਤੱਕ ਕਰਦੇ ਹੀ ਆਏ ਆ, ਕਿੰਨਿਆਂ ਨੂੰ ਕੀਤਾ, ਤੇ ਇਹ ਕੋਈ ਏਡੀ ਵੱਡੀ ਗੱਲ ਨਹੀਂ ਗੀ। ਤੇ ਪਰ ਉਹ ਮੈਂ ਤੁਹਾਨੂੰ ਕਹਿੰਦਾ ਵੀ ਉਹਦੇ ਲਈ ਸੈਲੀਬ੍ਰਿਟੀ ਦੇ ਰੁਤਬੇ ਦੀ ਗੱਲ ਆ ਗਈ ਸੀਗੀ, ਕਹਿ ਲਓ ਟੂ ਸਮ ਐਕਸਟੈਂਟ। ਜੇ ਅਸੀਂ ਆਮ ਲੋਕਾਂ ਦੀ ਲਫ਼ਜ਼ਾਂ 'ਚ ਗੱਲ ਕਰੀਏ ਤੇ ਸ਼ਾਇਦ ਕਿਤੇ ਉਸ ਵੇਲੇ ਈਗੋ ਦੀ ਗੱਲ ਆ ਸਕਦੀ ਹੈ ਜੀ, ਸੰਭਾਵਨਾ ਹੋ ਸਕਦੀ ਹੈ। ਲੇਕਿਨ ਅੱਜ ਉਸ ਤਰ੍ਹਾਂ ਦੀ ਗੱਲ ਨਹੀਂ ਗੀ। ਅੱਜ ਗੁਰਦਾਸ ਮਾਨ ਜੀ ਵੈਸੇ ਤਾਂ ਪਹਿਲਾਂ ਵੀ ਡਾਊਨ ਟੂ ਅਰਥ ਰਹੇ ਤੇ ਨਿਮਰਤਾ ਨਾਲ। ਤੁਸੀਂ ਅੱਜ ਵੇਖੋ, ਮੇਰੇ ਲਾਗਲੇ ਪਿੰਡਾਂ ਦੇ ਮੈਂ ਜਾਣਦਾ। ਹਾਂ, ਨਹੀਂ ਮੈਂ ਤਾਂ ਤੁਹਾਨੂੰ ਕਹਿੰਦਾ, ਉਹ ਹੱਥ ਜੋੜ ਕੇ, ਹਾਂ ਬਾਬਿਓ ਕਿਵੇਂ ਬਾਬਿਓ, ਲਾਈਕ ਦੈਟ। ਤੇ ਉਹ ਤਾਂ ਇੱਕ ਰੂਹਾਨੀ ਜੀ ਸ਼ਖਸੀਅਤ ਆ, ਤੇ ਉਹ ਇਹਨਾਂ ਗੱਲਾਂ 'ਚ ਆਉਂਦੇ ਨਹੀਂ। ਤੇ ਪਰ ਹੁਣ ਜਿਹੜਾ ਇਸ਼ੂ ਆ, ਉਹ ਭਾਵੇਂ ਤਾਂ ਉਹ ਕਹਿ ਲਓ ਕਿ ਸੋਸ਼ਲ ਮੀਡੀਆ ਵਾਲਿਆਂ ਨੂੰ ਵੀ ਮੈਟਰ ਚਾਹੀਦਾ ਵਾ, ਉਹਨਾਂ ਨੇ ਵੀ, ਚਲੋ ਕਹਿਣ ਦਾ ਮਤਲਬ ਚਾਹੀਦਾ, ਜਿਹੜਾ ਅੱਜ ਦਾ ਦੌਰ ਹੈ ਉਹਨਾਂ ਨੂੰ ਕੋਈ ਸਮਾਨ ਚਾਹੀਦਾ ਸੀ, ਸਿਆਸਤਦਾਨਾਂ ਨੂੰ ਵੀ ਕੁਝ ਮੁੱਦਾ ਚਾਹੀਦਾ ਸੀ, ਉਦੋਂ ਮਾਹੌਲ ਇਸ ਤਰ੍ਹਾਂ ਦਾ ਸੀ। ਜੇ ਹੁਣ ਮੈਂ ਥੋੜੇ ਕੁਐਸਚਨ ਪੁੱਛੂੰਗਾ, ਤੁਸੀਂ
ਹਾਂ ਜਾਂ ਨਾ ਦੇ ਵਿੱਚ ਛੋਟੀ ਛੋਟੀ ਗੱਲ ਮੈਂ ਨਾ ਜੀ, ਸਭ ਤੋਂ ਔਖਾ ਕੰਮ ਇਹੋ ਹੁੰਦਾ, ਹਾਂ ਤੇ ਨਾ ਵਾਲਾ ਆਬਜੈਕਟਿਵ ਟਾਈਪ। ਪਰ ਕੋਈ ਗੱਲ ਨਹੀਂ, ਚਲੋ। ਤੁਸੀਂ ਵੀਰ ਹੋ ਸਾਡੇ। ਤੁਸੀਂ ਕੀ ਸਮਝਦੇ ਹੋ ਵੀ ਪੂਰੇ ਦੇਸ਼ ਦੀ ਜ਼ੁਬਾਨ ਇੱਕ ਹੋਣੀ ਚਾਹੀਦੀ ਹੈ ਜਿਹੜੀ ਸਾਰੇ ਸਮਝਣ? ਦੇਖੋ, ਮੈਂ ਇਸ ਗੱਲ ਦੇ ਇਹ ਦੋਹੇ ਪੱਖ ਨੇ। ਜਿਸ ਤਰ੍ਹਾਂ ਦਾ ਸਾਡਾ Short, ਸੰਖੇਪ। ਮੈਂ ਸੰਖੇਪ ਕਹਿ ਰਿਹਾ, ਜਿਸ ਤਰ੍ਹਾਂ ਸਾਡਾ ਮੁਲਕ ਆ, ਤੇ ਹੁਣ ਕੈਨੇਡਾ ਵਿੱਚ ਵੀ ਇੱਕ ਜ਼ਬਾਨ ਨਹੀਂ ਹੈਗੀ, ਉੱਥੇ ਵੀ ਕਿਤੇ ਕਿਤੇ ਫਰੈਂਚ ਆ, ਕਿਤੇ ਕੋਈ ਆ, ਤੇ ਕਿਤੇ ਪੰਜਾਬੀ ਵੀ ਹੈਗੀ ਆ। ਇਸ ਕਰਕੇ ਦੇਖੋ, ਉਹ ਖਿੱਤੇ 'ਤੇ ਡਿਪੈਂਡ ਕਰਦਾ। ਬਈ ਹੁਣ ਤੁਸੀਂ ਜਾਓ ਨਾ ਫਰਾਂਸ ਦੇ ਵਿੱਚ, ਉਹ ਅੰਗਰੇਜ਼ੀ ਨੂੰ ਪਸੰਦ ਨਹੀਂ ਕਰਦੇ, ਤੇ ਇੰਗਲੈਂਡ ਦੇ ਵਿੱਚ ਇੰਗਲਿਸ਼ ਹੈ। ਉਹ ਸਾਰਾ ਦੇਸ਼ ਉੱਦਾਂ ਦੀ ਜ਼ਬਾਨ ਬੋਲਦਾ। ਲੇਕਿਨ ਸਾਡੇ ਕੀ ਆ ਕਿ ਸਾਡੇ ਤਾਂ ਬਾਹਰੀ ਕੋਈ ਬੋਲੀ ਬਦਲ ਜਾਂਦੀ ਹੈ। ਪੰਜਾਬੀ 'ਚ ਕਿੰਨੀਆਂ ਉਪਬੋਲੀਆਂ ਨੇ। ਅਪਵਾਦ ਵਾਲੇ ਤੁਹਾਡੇ ਹਵਾ ਯੋ ਕਿਆ ਕਰਾ ਥਾ ਮੈਂ ਕਿੱਥੇ ਹਿੰਦੀ ਪੰਜਾਬੀ ਇਕੱਠੀ ਹੈ। ਹਿੰਦੀ ਪੰਜਾਬੀ ਇਕੱਠੀ ਹੈ। ਤੇ ਇਦਾਂ ਹੀ ਮਾਝੇ ਵਾਲੇ ਹਾਂ ਭਾਊ ਕਿੱਦਾਂ ਕੀ ਕਰਨ ਡਿਆ, ਤੇ ਇਦਾਂ ਹੀ ਤੁਹਾਡੇ ਦੁਆਬੇ ਵਾਲੇ ਕੇ ਪੇ। ਚਲੋ, ਕਹਿਣ ਦਾ ਮਤਲਬ ਇਹ ਹੈ ਕਿ ਵੀ ਇੱਥੇ ਸਾਡੇ ਕੋਲੇ ਰਾਜ ਇੰਨੇ ਨੇ, ਔਰ ਹਰ ਇੱਕ ਦਾ ਆਪਣਾ ਇੱਕ ਵੱਖਰਾ ਸੱਭਿਆਚਾਰ ਆ, ਇੱਕ ਵੱਖਰੀ ਜ਼ੁਬਾਨ ਆ, ਵੱਖਰੇ ਪਹਿਰਾਵੇ ਨੇ, ਵੱਖਰੇ ਵਰਤਾਰੇ ਨੇ। ਤੇ ਇਸ ਕਰਕੇ ਇੱਥੇ ਤਾਂ ਇਦਾਂ ਦਾ ਜਿੱਦਾਂ ਦਾ ਮਾਹੌਲ ਸਾਡੇ ਹੈਗਾ, ਇਦਾਂ ਦਾ ਹੀ ਬੈਟਰ ਰਹਿਣਾ। ਇਹੀ ਠੀਕ ਹੈ ਵੀ ਜਾਨੀ ਆਪਾਂ ਨੂੰ ਕਿਸੇ ਚੀਜ਼ ਨੂੰ ਕੱਟੜਤਾ ਨਾ ਪੜਾ ਕੇ ਦੂਸਰੇ ਦਾ ਨਿਰਾਦਰ ਨਹੀਂ ਕਰਨਾ। ਬਿਲਕੁਲ ਨਹੀਂ। ਹਾਂ, ਪਰ ਵੈਸੇ ਉਹਦਾ ਮੈਂ ਤੁਹਾਡੀ ਗੱਲ ਨਾਲ ਕਾਫੀ ਮੁਤਫਿਕ ਹਾਂ ਕਿ ਜੇ ਇੱਕ ਜ਼ਬਾਨ ਹੋ ਜਾਵੇ ਤਾਂ ਚੰਗਾ, ਕਿ ਜਿੱਦਾਂ ਬਾਕੀ ਮੁਲਕਾਂ ਦੇ ਵਿੱਚ ਹੈਗਾ। ਲੇਕਿਨ ਸਾਡੇ ਮੁਲਕ ਦੀ ਜਿਹੜੀ ਬਣਤਰ ਹੈ ਕੁਛ ਇੱਦਾਂ ਦੀ ਆ, ਭੂਗੋਲਿਕ ਤੌਰ ਦੇ ਉੱਤੇ ਤੇ ਸੱਭਿਆਚਾਰਕ ਦੇ ਤੌਰ ਦੇ ਉੱਤੇ ਵੀ ਔਖਾ। ਹੁਣ ਸਾਊਥ ਵਾਲੇ ਆ, ਉਹਨਾਂ ਦੀ ਆਪਣੀ ਤਮਿਲ ਤੇ ਉਧਰ ਤੇਲਗੂ, ਮਲਿਆਲਮ ਤੇ ਉੜੀਸੀ ਤੇ ਵੱਖਰੀਆਂ ਵੱਖਰੀਆਂ ਜ਼ਬਾਨਾਂ ਚਲੋ, ਨੇ। ਕਹਿਣ ਦਾ ਮਤਲਬ ਇਹ ਹੈ। ਚਲੋ, ਹੁਣ ਆਪਾਂ ਗੱਲ ਇਸੇ ਮੁੱਦੇ ਤੇ ਆਉਂਦੇ। ਦੂਸਰਾ, ਗੁਰਦਾਸ ਮਾਨ ਨੂੰ ਉਸ ਐਪੀਸੋਡ 'ਚ ਤੁਸੀਂ ਦੋਸ਼ੀ ਮੰਨਦੇ ਹੋ? ਉਹ ਜਿਹੜਾ ਹੁਣ ਜਸਟੀਫਿਕੇਸ਼ਨ ਆਈ ਹੈ ਉਹ 'ਚ ਮਾਫੀ ਦਿੰਦੇ ਹੋ ਜਾਂ ਸਵੀਕਾਰ ਕਰਦੇ? ਦੇਖੋ, ਇਹ ਉਹਨਾਂ ਨੇ ਆਪਣਾ ਪੱਖ ਰੱਖਤਾ ਤੇ ਲੋਕਾਂ ਦੀ ਕਚਹਿਰੀ ਵਿੱਚ ਗੱਲ ਰੱਖ ਦਿੱਤੀ। ਇਹ ਲੋਕਾਂ ਨੇ ਕਰਨਾ, ਮੈਂ ਕੌਣ ਹੁੰਦਾ? ਦੇਖੋ, ਸੱਚੀ ਗੱਲ ਹੈ। ਦੇਖੋ, ਇਹ ਤਾਂ ਉਹਨਾਂ ਨੇ ਆਪਣੇ ਵੱਲੋਂ ਇੱਕ ਜਵਾਬ ਦੇ ਦਿੱਤਾ। ਚਲੋ, ਕਹਿਣ ਦਾ ਮਤਲਬ ਉਹਨਾਂ ਦੇ ਆਪਦਾ ਪੱਖ ਆਪਦੇ ਤਰੀਕੇ ਨਾਲ ਰੱਖ ਜੀ, ਤੇ ਲੋਕਾਂ ਤੇ ਡਿਪੈਂਡ ਹੈ ਉਹ ਕਿਵੇਂ ਲੈਂਦੇ। ਚਲੋ, ਤੀਸਰਾ ਆਪਾਂ ਛੋਟਾ ਜਿਹਾ ਸਵਾਲ ਹੋਰ ਜੀ, ਕਿ ਤੁਸੀਂ ਮਾਫ ਕਰਤਾ ਆਪਦੇ ਦਿਲ? ਨਿੱਜੀ ਤੌਰ ਤੇ ਤੁਸੀਂ ਮੰਨਦੇ ਹੋ ਵੀ ਮਾਫ ਕਰ ਦੇਣਾ ਚਾਹੀਦਾ? ਬਿਲਕੁਲ, ਜਾਂ ਸਵੀਕਾਰ ਕਰ ਲੈਣਾ ਚਾਹੀਦਾ? ਮੈਂ ਨਾ ਜੀ, ਇੱਕ ਮਾਹੌਲ ਦੀ ਗੱਲ ਸੀ, ਮੰਨ ਲੈਣਾ ਚਾਹੀਦਾ। ਹਾਂ, ਕਿ ਉਸ ਵੇਲੇ ਦੀ ਗੱਲ ਸੀਗੀ। ਅੱਜ ਵੱਖਰਾ, ਅਸੀਂ ਗਾਂਹ ਚੱਲਣਾ, ਉੱਥੇ ਅਟਕੇ ਨਹੀਂ ਰਹਿਣਾ, ਹੈ ਨਾ। ਤੇ ਉਹ ਅੱਗੇ ਵਾਸਤੇ ਆ। ਤੇ ਜਦੋਂ ਆਪਾਂ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਦੇਖਦੇ ਆ ਤਾਂ ਇਹ ਤਾਂ ਮਾਮੂਲੀ ਜੀ ਗੱਲ ਲੱਗਦੀ ਮੈਨੂੰ। ਤੇ ਪੰਜਾਬੀਆਂ ਦਿਲ ਵੱਡਾ। ਹਾਂ, ਦਿਲ ਵੱਡਾ। ਤੇ ਉਸ ਹਿਸਾਬ ਨਾਲ ਆਪਣੇ ਉਸ ਏਡੇ ਵੱਡੇ ਕਲਾਕਾਰ ਨੂੰ ਬਾਇਜ਼ਤ ਅੱਖਾਂ ਤੇ ਬਿਠਾਉਣਾ ਬਣਦਾ। ਜੀ, ਦਰਸ਼ਕੋ, ਕਲਿੱਕ ਦਰ ਕਲਿੱਕ ਜਦੋਂ ਆਪਾਂ ਬਲਕਾਰ ਸਿੱਧੂ ਸਾਹਿਬ ਦੀ ਹਰ ਸ਼ਖਸੀਅਤ ਦੇ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਇਸ ਮਸਲੇ ਦੇ ਥਰੂ ਗੱਲ ਨਿਕਲ ਕੇ ਆਈ ਹੈ ਪੰਜਾਬੀਆਂ ਦਾ ਦਿਲ ਬੜਾ ਵੱਡਾ ਹੈ। ਉਹਨਾਂ ਨੂੰ ਉਸ ਮਾਹੌਲ ਦੇ ਦੌਰਾਨ ਜੋ ਵੀ ਹੋਇਆ, ਸਾਰਿਆਂ ਨੇ ਭਾਵਨਾਤਮਕ ਤੌਰ ਤੇ ਰਿਐਕਟ ਕੀਤਾ, ਆਪਦਾ ਭਾਵ ਦੱਸੇ। ਉਸ ਨੂੰ ਮੰਨਦੇ ਹੋਏ, ਗੁਰਦਾਸ ਮਾਨ ਦੀ ਸੇਵਾ ਨੂੰ ਦੇਖਦੇ ਹੋਏ, ਪੰਜਾਬੀ ਪ੍ਰਤੀ ਖਾਸ ਕਰਕੇ ਜਿਹਦੀ ਗੱਲ ਕਰੀਏ, ਮਰਜਾਣੇ ਮਾਨ ਨੂੰ ਮਾਫ ਕਰ ਦੇਣਾ ਚਾਹੀਦਾ। ਤੇ ਪੰਜਾਬੀ ਵੱਡੇ ਦਿਲ ਵਾਲੇ ਮਾਫ ਵੀ ਕਰ ਦਿੰਦੇ ਆ। ਪਰ ਇਹ ਗੱਲ ਅਸੀਂ ਪੰਜਾਬੀਆਂ ਤੇ ਛੱਡਦੇ ਹਾਂ। ਜਿਵੇਂ ਸੁਣੋ ਪੰਜਾਬੀ ਦੋਸਤੋ, ਗੁਰਦਾਸ ਮਾਨ ਸਾਹਿਬ ਨੇ ਕਿਹਾ, ਆਪਦੀ ਗੱਲ ਦੱਸੀ ਹੈ। ਬਾਕੀ ਫੈਸਲਾ ਦਰਸ਼ਕਾਂ ਦੇ ਹੱਥ ਹੈ, ਪੰਜਾਬੀਆਂ ਦੇ ਹੱਥ ਹੈ ਤੇ ਤੁਹਾਡੇ ਹੱਥ ਹੈ। ਫਿਰ ਮਿਲਦੇ ਹਾਂ ਕੋਈ ਨਵਾਂ ਵਿਸ਼ਾ ਲੈ ਕੇ।